ਧੰਨ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਨਾਨਾ ਰਣ ਰੂਤੋ ਨਰ ਨੇਹੀ ਕਰੇ, ਨਾ ਨਿਵੈ ਨਾ ਪੁਨ ਸੰਚਰੈ। ਧਨ ਜਨਮ ਤਾਹੀ ਕੋ ਗਨੈ, ਮਾਰੈ ਏਕਹਿ ਤਜ ਜਾਏ ਘਨੈ। ਡੰਡੋਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਕਰੇ ਸੋ ਚੰਗਾ ਮਾਨ, ਦੂਈ ਗਨਤ ਲਾਹੇ। ਆਪਣੀ ਨਦਰ ਨਿਹਾਲ, ਆਪੇ ਲਿਹੋ ਲਾਏ। ਪਰਮ ਸਤਿਕਾਰਯੋਗ, ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ ਵਾਲੀਏ ਕੁਲ ਆਲਮ, ਮੁਜਸਮੇ ਆਬੇ ਹਯਾਤ, ਸਰਵਰੇ ਕਾਇਨਾਤ, ਬਾਣੀ ਦੇ ਬੋਹਿਤ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੁਰਟ ਵਿਖੇ ਐਤਵਾਰ ਦੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਸਤਸੰਗੀ ਜਨੋ, ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਅੱਜ ਆਪਾਂ ਉਸ ਮਹਾਨ ਸ਼ਹੀਦ ਨੂੰ ਯਾਦ ਕਰਨਾ ਹੈ, ਜਿਸ ਸ਼ਹੀਦ ਨੂੰ ਸਿੱਖ ਕੌਮ ਨੇ ਇੱਕ ਵੱਖਰਾ ਨਾਮ ਦਿੱਤਾ ਹੈ। ਉਹ ਵੱਖਰਾ ਨਾਮ ਹੈ ਸ਼ਾਂਤੀ ਦਾ ਮਸੀਹਾ। ਉਸ ਸ਼ਹੀਦ ਦਾ ਨਾਮ ਹੈ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਜੀ ਬੱਬਰ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨੌਜਵਾਨੀ ਦਾ ਹੋ ਰਿਹਾ ਘਾਣ, ਉਸ ਸਮੇਂ ਦੇ ਇੱਕ ਹਾਲਾਤ ਨੂੰ ਇੱਕ ਵਿਦਵਾਨ ਨੇ ਇੱਕ ਪੰਕਤੀ ਵਿੱਚ ਲਿਖਿਆ। ਕਹਿੰਦਾ, ਥਾਣਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਪੁਲਿਸ ਵਾਲੇ ਸੀ, ਉਹਨਾਂ ਨੇ ਇੱਕ ਆਪਣਾ ਜੱਦੀ ਹੱਕ ਸਮਝ ਲਿਆ ਸੀ ਕਿ ਨੌਜਵਾਨਾਂ ਨੂੰ ਕੋਹਣਾ ਤੇ ਚੜ੍ਹਦੀ ਹੋਈ ਜਵਾਨੀ ਨੂੰ ਨੋਚਣਾ, ਸਾਡੀਆਂ ਬੱਚੀਆਂ ਨੂੰ, ਇਹ ਉਹਨਾਂ ਨੇ ਇੱਕ ਆਪਣਾ ਜੱਦੀ ਹੱਕ ਸਮਝਿਆ ਸੀ। ਇਹ ਜੋ ਸਮਾਂ ਹੈ,
ਇਹ ਸਮਾਂ 1992 ਤੋਂ ਲੈ ਕੇ 31 ਅਗਸਤ 1995 ਤੱਕ ਦਾ। ਔਰ ਵਿਦਵਾਨਾਂ ਨੇ ਇਸ ਗੱਲ ਨੂੰ ਇਹਦਾ ਐਨਾਲਿਸਿਸ ਕੀਤਾ ਕਿ 31 ਅਗਸਤ 1995 ਤੋਂ ਬਾਅਦ ਜਿਹੜੇ ਬੇਕਸੂਰ ਨੌਜਵਾਨ ਜਿਹੜੇ ਆਪਣੀ ਆਜ਼ਾਦੀ ਦੇ ਲਈ ਲੜਦੇ ਸਨ, ਸੰਘਰਸ਼ਸ਼ੀਲ ਸਨ, ਉਹਨਾਂ ਦੇ ਜਿਹੜੇ ਝੂਠੇ ਪੁਲਿਸ ਮੁਕਾਬਲੇ ਉਹ ਹੋਣੇ ਜਿਹੜੇ ਸੀ ਬੰਦ ਹੋ ਚੁੱਕੇ ਸੀਗੇ, ਉਹਨਾਂ ਤੇ ਠੱਲ ਪਈ ਸੀ। ਇਸ ਲਈ ਇਸ ਨੂੰ ਇਹਨਾਂ ਨੂੰ ਸ਼ਾਂਤੀ ਦਾ ਮਸੀਹਾ ਕਿਹਾ ਜਾਂਦਾ ਸੀ। ਬੇਸ਼ੱਕ ਸਰਕਾਰਾਂ ਨੇ ਸ਼ਾਂਤੀ ਦਾ ਮਸੀਹਾ ਜਿਹੜਾ ਉਹ ਬੇਅੰਤੇ ਬੁੱਚਰ ਨੂੰ ਕਿਹਾ ਜਾਂ KPS ਗਿੱਲ ਨੂੰ ਕਿਹਾ, ਲੇਕਿਨ ਸਿੱਖ ਕੌਮ ਦੇ ਵਿਦਵਾਨਾਂ ਨੇ ਸ਼ਾਂਤੀ ਦਾ ਮਸੀਹਾ ਭਾਈ ਸਾਹਿਬ ਭਾਈ ਦਿਲਾਵਰ ਸਿੰਘ ਨੂੰ, ਸ਼ਹੀਦ ਨੂੰ ਉਹਨਾਂ ਨੇ ਜਿਹੜਾ ਮੰਨਿਆ। ਮੈਂ ਸਭ ਤੋਂ ਪਹਿਲਾਂ ਸ਼ਹੀਦ ਸ਼ਬਦ ਦੇ ਬਾਰੇ ਆਪ ਜੀ ਨਾਲ ਵਿਚਾਰ ਕਰਾਂਗਾ। ਸ਼ਹੀਦ ਸ਼ਬਦ ਪੰਜਾਬ ਦੀ ਧਰਤੀ ਜਾਂ ਹਿੰਦੁਸਤਾਨ ਦੀ ਧਰਤੀ ਦੀ ਉਪਜ ਨਹੀਂ ਹੈ। ਇਹ ਜੋ ਸ਼ਬਦ ਹੈ ਇਹ ਸਭ ਤੋਂ ਪਹਿਲਾਂ ਯਹੂਦੀਆਂ ਦੇ ਵੱਲੋਂ ਆਇਆ। ਯਹੂਦੀਆਂ ਦਾ ਇੱਕ ਪੈਗੰਬਰ ਆਇਆ, ਉਸ ਪੈਗੰਬਰ ਦਾ ਨਾਂ ਹੈ ਯਹੋਵਾ। ਉਸ ਯਹੋਵਾ ਨੇ ਆ ਕੇ ਯਹੂਦੀਆਂ ਨੂੰ ਕਿਹਾ, ਜੇਕਰ ਤੁਸੀਂ ਇਸ ਸਮਾਜ ਦੇ ਵਿੱਚ ਚਾਹੁੰਦੇ ਹੋ ਤੁਹਾਡੀ ਇੱਜ਼ਤ ਹੋਵੇ, ਲੋਕ ਤੁਹਾਡੇ ਪਿੱਛੇ ਲੱਗਣ, ਤੇ ਆਹ ਜਿਹੜੀਆਂ 10 ਨਿਯਮ ਹੈ, ਆਹ 10 ਸਿਧਾਂਤ ਹੈ, ਉਹਨਾਂ ਤੇ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਜਿਉਣੀ ਹੈ। ਹੁਣ ਉਹ ਜਿਹੜੇ ਯਹੂਦੀ ਸਨ ਉਹ 10 ਸਿਧਾਂਤਾਂ ਦੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਸਨ, ਤੇ ਜਦੋਂ ਉਹ 10 ਸਿਧਾਂਤਾਂ ਦੇ ਨਾਲ ਚੱਲਦੇ ਸਨ, ਸਿੱਧੇ ਰਸਤੇ ਤੇ ਚੱਲਦੇ। ਗੁਰੂ ਗ੍ਰੰਥ ਸਾਹਿਬ ਜੀ ਵੀ ਮਹਾਰਾਜ ਦਾ ਫੁਰਮਾਨ ਹੈ, ਮਹਾਰਾਜ ਕਹਿੰਦੇ ਹੈ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ। ਇਕੱਲਾ ਸਿੱਖ ਵਾਸਤੇ ਬਚਨ ਨਹੀਂ, ਹਰ ਇੱਕ ਵਾਸਤੇ ਇਹ ਬਚਨ ਹੈ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਉਹਨਾਂ ਦੀ ਸਮਾਜ ਦੇ ਵਿੱਚ ਸੋਭਾ ਹੋਣੀ ਸ਼ੁਰੂ ਹੋ ਗਈ। ਜਦੋਂ ਉਹਨਾਂ ਦੀ ਸੋਭਾ ਸ਼ੁਰੂ ਹੋ ਗਈ, ਉਸ ਸਮੇਂ ਦਾ ਰਾਜਾ ਸੀ ਰਾਜਾ ਫਰਾਉਨ। ਉਸ ਫਰਾਉਨ ਨੇ ਉਹਨਾਂ ਨੂੰ ਜਿਹੜਾ ਸੀ ਮਾਰਨਾ ਸ਼ੁਰੂ ਕਰ ਦਿੱਤਾ। ਜਿਹੜੇ ਉਹ ਯਹੂਦੀਆਂ ਨੂੰ ਮਾਰਦੇ ਸਨ, ਉਸ ਯਹੂਦੀ ਨੂੰ ਉਹਨਾਂ ਨੇ ਸ਼ਹੀਦ ਦਾ ਦਰਜਾ ਦਿੱਤਾ। ਇੱਥੋਂ ਦਾ ਜਿਹੜਾ ਸ਼ਹੀਦ ਸ਼ਬਦ ਸੀ ਉਹ ਪਹਿਲੀ ਵਾਰ ਆਇਆ। ਹੁਣ ਯਹੂਦੀਆਂ ਤੋਂ ਬਾਅਦ ਇਹ ਸ਼ਬਦ ਆਇਆ ਈਸਾਈ ਧਰਮ ਦੇ ਵਿੱਚ। ਈਸਾਈਅਤ ਤੋਂ ਬਾਅਦ ਇਹ ਜਿਹੜਾ ਸ਼ਬਦ ਸੀ ਇਹ ਆਇਆ ਇਸਲਾਮ ਧਰਮ ਦੇ ਵਿੱਚ। ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ, ਇਸਲਾਮ ਧਰਮ ਦੀ ਪਾਵਨ ਪਵਿੱਤਰ ਕੁਰਾਨ ਦੇ ਵਿੱਚ ਇਹ ਸ਼ਬਦ ਜੋ ਵਿਦਵਾਨਾਂ ਨੇ ਗਿਣਤੀ ਕੀਤੀ ਹੈ ਇਹ 35 ਤੋਂ 36 ਵਾਰ ਆਇਆ। ਔਰ ਇਸਲਾਮ ਧਰਮ ਦੇ ਵਿੱਚ ਜਿਹੜੀ ਸ਼ਹਾਦਤ ਹੈ ਜਾਂ ਸ਼ਹੀਦ ਕਹਿ ਲਈਏ, ਇਹ ਸ਼ਹੀਦੀ ਜਿਹੜੀ ਹੈ 5 ਕਿਸਮ ਦੀ ਮੰਨੀ ਗਈ ਹੈ ਉਹਨਾਂ ਦੇ ਆਪਣੇ ਧਰਮ ਦੇ ਵਿੱਚ, ਉਹਨਾਂ ਦੇ ਸਾਮੀ ਇਤਿਹਾਸ ਦੇ ਵਿੱਚ। ਤੇ ਸਿੱਖ ਧਰਮ ਦੇ ਵਿੱਚ ਜਿਹੜੀ ਸ਼ਹੀਦੀ ਹੈ ਉਹ 2 ਕਿਸਮ ਦੀ ਮੰਨੀ ਗਈ ਹੈ। ਆਪਾਂ ਦੋਨਾਂ ਦਾ ਜ਼ਿਕਰ ਕਰਾਂਗੇ, ਇਸਲਾਮ ਧਰਮ ਦਾ ਔਰ ਸਿੱਖ ਧਰਮ ਦਾ। ਉਹ ਵਿਦਵਾਨ ਲਿਖਦਾ, ਕਹਿੰਦਾ ਕਿ ਇਸਲਾਮ ਧਰਮ ਦੇ ਵਿੱਚ ਜਿਹੜਾ ਸ਼ਹੀਦ ਸ਼ਬਦ ਹੈ ਇਹ ਸ਼ਹਾਦਤ ਤੋਂ ਆਇਆ, ਜਿਹਦਾ ਆਖਰੀ ਅਰਥ ਸੀ ਗਵਾਹੀ ਦੇਣੀ। ਪੁਰਾਤਨ ਸਾਡੇ ਬਜ਼ੁਰਗ ਇੱਥੇ ਬੈਠੇ ਹੈ, ਜਦੋਂ ਉਹ ਕੋਰਟਾਂ ਤੇ ਕਚਹਿਰੀਆਂ ਵਿੱਚ ਜਾਂਦੇ ਸਨ, ਉਹਨਾਂ ਨੂੰ ਪੁੱਛਿਆ ਜਾਂਦਾ ਸੀ ਅੱਜ ਤੁਸੀਂ ਕੀ ਕਰਨ ਚੱਲੇ ਹੋ? ਕਹਿੰਦੇ ਅੱਜ ਮੇਰੀ ਕੋਰਟ ਦੇ ਵਿੱਚ ਸ਼ਹਾਦਤ ਹੈ। ਸ਼ਹਾਦਤ ਦਾ ਆਖਰੀ ਅਰਥ ਸੀਗਾ ਗਵਾਹੀ ਦੇਣੀ। ਸੋ ਕਹਿਣ ਤੋਂ ਭਾਵ ਇਸ ਸ਼ਹਾਦਤ ਦਾ ਰੂਪ ਹੀ ਜਿਹੜਾ ਉਹ ਸ਼ਹੀਦ ਹੈ। ਇੱਥੇ ਮੈਂ ਬੇਨਤੀ ਇੱਕ ਹੋਰ ਕਰ ਦਿਆਂ, ਸ਼ਹਾਦਤ ਬਿਨਾਂ ਇਬਾਦਤ ਤੋਂ ਨਹੀਂ ਹੁੰਦੀ, ਨਹੀਂ ਤੇ ਵਰਨਾ ਹਸਪਤਾਲਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਬਹੁਤ ਸਾਰੇ ਇਨਸਾਨ ਜਿਹੜੇ ਆ ਬਿਮਾਰੀਆਂ ਦੇ ਨਾਲ ਗਰਸ ਕੇ ਜਿਹੜੇ ਮਰਦੇ ਆ, ਪਰ ਉਹਨਾਂ ਨੂੰ ਅਸੀਂ ਸ਼ਹੀਦ ਨਹੀਂ ਕਹਿੰਦੇ। ਸ਼ਹਾਦਤ ਇਬਾਦਤ ਤੋਂ ਬਗੈਰ ਨਹੀਂ ਹੁੰਦੀ। ਦੂਸਰਾ, ਜਿਸ ਮੰਜ਼ਿਲ ਤੇ ਤੁਸੀਂ ਪਹੁੰਚਣਾ ਚਾਹੁੰਦੇ ਹੋ, ਉਸ ਮੰਜ਼ਿਲ ਦੇ ਲਈ ਪਹੁੰਚਣ ਦੇ ਲਈ ਤੁਹਾਡੇ ਅੰਦਰ ਇੱਕ ਸ਼ਰਧਾ ਹੋਣੀ ਚਾਹੀਦੀ, ਤੁਹਾਡੇ ਅੰਦਰ ਇੱਕ ਭਾਵਨਾ ਹੋਣੀ ਚਾਹੀਦੀ, ਤੇ ਤੁਹਾਡਾ ਦ੍ਰਿੜ ਇਰਾਦਾ ਹੋਣਾ ਚਾਹੀਦਾ। ਤਾਂ ਤੁਸੀਂ ਸ਼ਹਾਦਤ ਦੇ ਜਾਮ ਨੂੰ ਪੀ ਸਕਦੇ ਹੋ, ਉੱਦਾਂ ਨਹੀਂ। ਜਿਸ ਤਰ੍ਹਾਂ ਅਸੀਂ ਦੇਖਣਾ ਅੱਗੇ ਜਾ ਕੇ ਭਾਈ ਦਿਲਾਵਰ ਸਿੰਘ ਦੇ ਇੱਕ ਮੰਜ਼ਿਲ ਸੀ। ਉਹ ਮੰਜ਼ਿਲ ਇਹ ਸੀਗੀ ਕਿ ਬੇਅੰਤੇ ਨੂੰ ਨਰਕਾਂ ਦੇ ਵਿੱਚ ਪਹੁੰਚਾਉਣਾ। ਉਹਦੇ ਅੰਦਰ ਦੀ ਭਾਵਨਾ, ਉਹਦੇ ਅੰਦਰ ਦੀ ਸ਼ਰਧਾ ਤੇ ਉਹਦੇ ਅੰਦਰ ਦਾ ਇੱਕ ਦ੍ਰਿੜ ਜਿਹੜਾ ਉਹ ਇਰਾਦਾ ਸੀ। ਸ਼ਹਾਦਤ ਸ਼ਰਧਾ, ਭਾਵਨਾ ਤੇ ਦ੍ਰਿੜ ਇਰਾਦੇ ਤੋਂ ਕਦੀ ਵੀ ਜਿਹੜੀ ਝੋਲੀ 'ਚ ਨਹੀਂ ਪਿਆ ਕਰਦੀ। ਮੈਂ ਬੇਨਤੀ ਕਰ ਰਿਹਾ ਸੀਗਾ, ਇਸਲਾਮ ਧਰਮ ਦੇ ਵਿੱਚ 5 ਕਿਸਮ ਦੇ ਸ਼ਹੀਦ ਹੈ ਜੀ। ਪਹਿਲਾ ਸ਼ਹੀਦ ਜਿਹੜਾ ਆਪਣੇ ਤਨ ਦਾ ਖੀਨਾ ਕਰਦਾ, ਉਹਨੂੰ ਸ਼ਹੀਦ ਕਿਹਾ ਜਾਂਦਾ ਆਮ ਤੌਰ ਤੇ, ਆਮ ਭਾਸ਼ਾ 'ਚ।
दूसरा है शहीदे आजम। आजम का आखिरी अर्थ है वड्डा, ਜਿਹੜਾ अपनी कौम के लिए शहादत दिंदा उन्होंने शहीदे आजम कहा जाता। तीसरा है शहीदे करबला। करबला बगदाद की धरती के लागे एक जगह है जिथे मुहम्मद साहिब के दोतियां नूं भुखिया रख के उन्होंने तसीहे दे के शहीद किया गया, उसका नाम है शहीदे करबला। मैं करबला के बारे थोड़ा जिहा आप जी नाल जिक्र करा। पंजाब की धरती ते दसंबर के महीने दे विच कश्मीर की धरती तो राशे आउंदे, जिन्हों पर राशे कहते सी लकड़ां कट्टण वाले, उन्होंने शब्द असी पठान जां जो मर्जी पर असी राशे बंद सीगे, वो राशे आउंदे सन। कदी तुसी उन्होंने ये गल मेरे नाल अथेंटिकेटेड हुई है, मैं पुछया उन्होंने, तुसी उन्होंने पुछो शहीदे करबला दे बारे, जदों वो शहीदे करबला की तुहानूं दास्तान सुणाउंदे आ ना, वो दास्तान सुणाउंदियां सुणाउंदियां उन्हां दियां अखां दे विचों आंसू आ जांदे है, वो रो पैंदे है। मैं तां बेनती कीती उन्हां दे दो शहीद ते उन्हां दे अंदर अपने शहीदां दे लई देखो प्यार ते सत्कार, ते गुरु ग्रंथ साहब जी महाराज की हजूरी दे विच जां गुरु ग्रंथ साहब तो दूर जिथे भी सिख है शरधा ते भावना वाला एक दिन विच घट्टो घट 2 बार अरदास करदा, जिन्हां सिंघां सिंघनियां ने धर्म हेत सीस दिते, बंद बंद कटाए, खोपरियां लोहाइयां, चरखड़ियां ते चढ़े, आरियां नाल चराए गए, गुरुद्वारियां दी सेवा लई कुर्बानियां कीतियां, धर्म नहीं हारिया, तिन्हां दी कमाई दा ध्यान धर के खालसा जी बोलो जी। बस इन्ना की याद है कि असी वाहिगुरू बोलना, वो तो उपर दा पहरा भाई साहब जी की पढ़ गए आ, किसी नूं कुछ नहीं पता, किसी नूं कुछ नहीं पता। इत्थे पता जो भाई साहब ने कहा बोलो जी वाहिगुरू, उदों याद है कि मैं अरदास विच खड़ा, वरना पूरी अरदास दे विच ते अज कल दा सिख मैनू समेत पा लो, आपां अपने घरां दे कारज ही करी जाने हैं, अपने घरां दे बिजनेस ही करी जाने हैं। ये साडे हालात, उन्हां दे दो शहीद ते एक होर बेनती करदिआं, सामी इतिहास गवाही दिंदा कि मुहम्मद साहिब ने जंग लड़ी है ते जंग दे दौरान उहदे दंद टुट के डिग गए। वो नहीं कहते दंद टुट के डिगे, वो कहते मुहम्मद साहब दे दंद शहीद हो गए। जिन्हां दे दंद शहीद हो गए उन्होंने अद्धा संसार मुसलमान बना दिता, जिन्हां दे फरजंद शहीद हो गए उन्हां दी सिक्खी लोकां तक ते की पहुंचाउणी सी, अपने घरां तो उन्हां दी सिक्खी जिहड़ी है वो बाहर चली गई, अपने घरां तो उन्हां दी सिक्खी, जिन्हां दे दंद शहीद होए उन्होंने अद्धा संसार मुसलमान, देख लो किन्ने अरब कंट्री है, उन्होंने अद्धा संसार मुसलमान बना दिता, जिन्हां दे दंद शहीद होए ते जिन्हां दे फरजंद शहीद होए उन्हां दे सिक्खी दा की प्रचार करना सी, उन्हां दे अपने घरां दे विचों सिक्खी जिहड़ी है वो दूर जा चुकी। माफ़ करना, ये अज कल दी असलीयत है। खैर, पहला शहीद, दूजा शहीदे आजम, तीजा शहीदे करबला, चौथा है शहीदे वतन, जेड़े बार्डर ते लड़ते हुए शहीद हुंदे उन्होंने शहीदे वतन कहा जाता, ते पंजवा है शहीदे मुहब्बत। ये पंजे ही जेड़े हैं इस्लाम धर्म विच है। शहीदे मुहब्बत नूं सिख कौम नहीं मनती, उन्होंने कोई दर्जा नहीं। शहीदे मुहब्बत जिवें हीर ते रांझा, मिर्जा ते साहिबा, ये शहीदे मुहब्बत वो मनते हैं। हुण सिख कौम दे विच 2 किस्म की शहादत है। एक शहादत है जुझारू शहीदी, जिन्हों असी पढ़ते हैं, गगन दमामा बाजियो परियो निशाने घाओ, खेत जो मांडियो सूरमा अब जूजन को दाओ, सूरा सो पहचानी है। हाँ जी बोलो, मैनू शब्द भुल गया अगला। सूरा सो पहचानी है जो लरे दीन के हेत, पुरजा पुरजा कट मरे कबहू ना छाड़े। ये है जुझारू शहीदी। ये आउंदे हन बाबा दीप सिंह जी, ये आउंदे हन बाबा अजीत सिंह, बाबा जुझार सिंह जी, ते माफ़ करना होर अगे चलिए शहीद भाई दिलावर सिंह भी ये आ रहे हैं, क्योंकि वो जूझे है। उन्होंने पता सीगा कि मैं अपने सिर के उपर कफन बन के जा रहा, ते अगे जिन्हां कोल जा रहा वो भी तोपां ते गोलियां ते रिवॉल्वरां दे नाल लैस हैगे आ।
ਇਹਨੂੰ ਜੁਝਾਰੂ ਸ਼ਹੀਦੀ ਕਹਿੰਦੇ ਆ, ਜਿਹੜੇ ਰਣ ਤੱਤੇ ਦੇ ਵਿੱਚ ਜਾ ਕਰਕੇ ਜੂਝਦੇ ਆ ਔਰ ਆਪਣੇ ਸਰੀਰ ਦਾ ਜਿਹੜਾ ਉਹ ਫੀਤਾ ਫੀਤਾ ਬੇਸ਼ੱਕ ਹੋ ਜਾਵੇ, ਪਰੰਤੂ ਆਪਾਂ ਇੱਕ ਸ਼ਲੋਕ ਲਿਆ ਨਾ ਰਣ ਰੂਤੋ ਨਰ ਨਹੀਂ ਕਰੇ, ਬਾਬਾ ਕਬੀਰ ਜੀ, ਨਾ ਨਿਵੈ ਉਹ ਨਹੀਂ ਫਿਰ ਨਿਵਦਾ, ਨਾ ਫੁਨ ਸੰਚਰੈ ਫਿਰ ਆਪਣਾ ਕਦਮ ਪਿੱਛੇ ਨਹੀਂ ਕਰਦਾ, ਨਾ ਨਿਵੈ ਨਾ ਫੁਨ ਸੰਚਰੈ। ਬਾਬਾ ਕਬੀਰ ਜੀ ਕਹਿੰਦੇ ਧਨ ਜਨਮ ਤਾਹੀ ਕੋ, ਉਹਦਾ ਕਹਿੰਦੇ ਜਨਮ ਧਨਤਾ ਦੇ ਕਹਿੰਦੇ ਯੋਗ ਹੈ, ਧਨ ਜਨਮ ਤਾਹੀ ਕੋ ਗਣੈ। ਦੇਖੋ ਜਦੋਂ ਤੁਸੀਂ ਬਾਣੀ ਨੂੰ ਪੜ੍ਹਦੇ ਹੋ ਨਾ, ਜਦੋਂ ਤੁਸੀਂ ਬਾਣੀ ਦੀ ਗਹਿਰਾਈ ਤੱਕ ਜਾਂਦੇ ਹੋ ਨਾ, ਫਿਰ ਤੁਹਾਨੂੰ ਅੰਦਰੋਂ ਇੱਕ ਵੱਖਰਾ ਜਿਹਾ ਰਸ ਤੇ ਵੱਖਰਾ ਸਵਾਦ ਜਿਹੜਾ ਪ੍ਰਾਪਤ ਹੁੰਦਾ। ਬਾਬਾ ਕਬੀਰ ਜੀ ਫਰਮਾਉਂਦੇ 52 ਅੱਖਰੀ ਦੇ ਵਿੱਚ ਨਾਣੇ ਸ਼ਬਦ ਦੁਆਰਾ, ਨਾਣਾ ਰਣ ਰੂਤੋ ਨਰ ਨਹੀਂ ਕਰੇ, ਨਰ ਨਹੀਂ ਕਰੇ, ਨਾ ਨਿਵੈ ਨਾ ਫੁਨ ਸੰਚਰੈ, ਧਨ ਜਨਮ ਤਾਹੀ ਕੋ ਗਣੇ। ਮਾਰੇ ਇੱਕ ਹੈ, ਇੱਕ ਨੂੰ ਮਾਰ ਦਿੰਦੇ ਆ ਸਾਰੇ ਖਤਮ ਹੋ ਜਾਂਦੇ ਆ, ਜਿਹੜਾ ਮੇਨ ਹੈ ਉਹਨੂੰ ਤੁਸੀਂ ਜੰਗ ਦੇ ਮੈਦਾਨ ਵਿੱਚ ਖਤਮ ਕਰ ਦਿਓ, ਬਾਕੀ ਦੀ ਫੌਜ ਸਾਰੀ ਭੱਜ ਜਾਂਦੀ ਹੈ। ਧਨ ਜਨਮ ਤਾਹੀ ਕੋ ਗਣੇ, ਮਾਰੇ ਇੱਕ ਹੈ ਤਜ ਜਾਏ ਘਣੈ, ਜਿਹੜੇ ਬਾਕੀ ਦੇ ਜਿਹੜੇ ਹੈ ਉਹ ਸਾਰੇ ਭੱਜ ਜਾਂਦੇ। ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਜੁਝਾਰੂ ਸ਼ਹੀਦੀ ਸਿੱਖ ਧਰਮ ਦੇ ਵਿੱਚ ਪਹਿਲੀ ਸ਼ਹੀਦੀ ਹੈ। ਗਗਨ ਦਮਾਮਾ ਬਾਜਿਓ ਭਰਿਓ ਨਿਸ਼ਾਨੇ ਘਾਓ, खेत जो मांडियो सूरमा अब जूजन को दाओ, सूरा सो पहचानिया जो लरे दीन के हेत, पुरजा पुरजा कट मरे कबहू ना छाड़े। दूसरी शहीदी है जी सिद्दकी शहीदी, तेरा भाना मीठा लागे, उस कोई विरोध नहीं है, उस कोई विरोध नहीं है, जिन्होंने कहते हैं सिद्दकी शहीदी, जिहदे विच बाबा जोरावर सिंह ते बाबा फतेह सिंह, जिहदे विच 50 साहिब साके दे जिहड़े सिंह होर अनेका जिन्हां ने कोई विरोध नहीं किया, गुरु के बाग दा मोर्चा, ये जिहड़े हन इन्हां ने सिद्दकी शहीदी जिहड़ी है वो प्राप्त की है। जो जिहड़े कहंदे हन जो तुद भावे साई भली कार, तू सदा सलामत निरंकार, जो तुद भावे तेरे भाने देवे जो है। मैं बेनती कर रहा सी, गुरु ग्रंथ साहिब जी महाराज विच जिहड़ा शहीद शब्द है वो सिद्धे रूप दे विच सिर्फ 2 बार आया, जद कि पवित्र कुरान दे विच 35 तो 36 बार आया। गुरु ग्रंथ साहिब विच शहीद शब्द सब तो पहला भगत रविदास जी दे मलार राग दी बाणी आ, उहदे विच उन्हां दा शब्द आ रहा, शहीद शब्द आ रहा, मानिए शेख शहीद पीरा भाई अपना भगत रविदास जी। दूसरी बार जिहड़ा शब्द है धन धन गुरु नानक देव जी महाराज, श्री राग दे विच महाराज उन्हां दी पवित्र बाणी दे विच पीर पैगंबर सारक साधक सोहदे और शहीद, सोहदे और शहीद सिद्धे रूप दे विच शहीद शब्द 1430 अंगां दे विच सिर्फ 2 बार आ रहा। वैसे शहीद दे प्रायवाची शब्द समान अर्थक शब्द कुर्बान बलिहार ये बहुत बार आया, लेकिन सिद्धे रूप दे विच शहीद शब्द 2 बार आया। अगे चलिए, इतिहास गवाह है कि सब तो ज़्यादा शहादतां यहूदियां दियां होईयां, उन्हां दी गिनती बहुत है जी, सिखां दी गिनती उहदे बराबर नहीं है। लेकिन जे शहादत का पैरामीटर देखना तो सिखां का पैरामीटर वो सब तो उच्चा है, क्योंकि यहूदियां नूं जदों शहीद किया जाता सी ना, उन्हां दे सामने एक विकल्प सीगा, या ते माफ़ करना उन्हां सामने विकल्प नहीं सीगा, उन्हां नूं सीधा ही शहीद बंकरां दे विच बंद करके उन्हां नूं मारिया जांदा सीगा। लेकिन सिख दे जदों शहीद करते सी ना, ते उन्हां सामने विकल्प सीगा, या ते इदां हो जाए, जे नहीं ते फिर बचन दा तेरा आ रस्ता। इहदा मतलब सिखां ने ਸਿੰਘਾਂ ने बचन दे रस्ते नूं छड्ड के ते उन्हां ने मौत नूं जिहड़ा कबूल कीता। सिक्खी दा पैरामीटर, सिक्खी विच शहादत दा पैरामीटर जिहड़ा वो सब तो उच्चा है। सो साध संगत जी आ गल याद रखण वाली है, दो किस्म दी शहादत सिख धर्म विच, 5 किस्म दी शहादत इस्लाम विच। पवित्र कुरान विच शब्द 35 तो 36 बार आया, और सिख धर्म दे विच गुरु ग्रंथ साहिब जी महाराज विच 2 बार जिहड़ा शब्द है वो आया। ऐसे शहीद दा जन्म कोटकपुरा दे नज़दीक पिंड है, उस पिंड का नाम है पंजगराई। भाई साहब भाई हरकीरत सिंह
और माफ़ करना हरनेक सिंह और उन्होंने सत्कारयोग माता सुरजीत कौर जी के घर दे विच 27 अगस्त 1970 विच उन्हां दा जन्म होया। जे असी देखिए अज उन्हां दी उम्र तकरीबन 53 कुछ साल बनती है। शहीद 25 साल की चढ़ती जवानी दे विच ये शहीद ने वो कारनामे किए जेड़ा एक 60 तो 70 साल का मेरे वर्गा बजुर्ग हले सोचदा कि मैं करा जां ना करा। इन्हें 25 साल की उम्र दे विच वो कारनामे किए। जदों इस शहीद दा इस सूरमे का जन्म होया ना ते उस समय इन्हां दे माँ बाप इन्हां नूं पिंड की धरती तो लिया के पटियाला आ गए, क्योंकि पटियाले दी यूनीवर्सिटी दे विच उन्हां दे पिता जी नूं जिहड़ी सीगी ओह यूथ वैलफेयर जिहड़ा सीगा उन्हां दा डिपार्टमेंट उहदे विच उन्हां नूं नौकरी मिली, जिहदे करके ये पिंड तो हिजरत करके ते पटियाला शहर विच आ गए। पटियाला शहर विच आ करके इन्हां दी बेसिक जिहड़ी एजुकेशन सीगी, जिहड़ी इन्हां दी पढ़ाई सीगी ओह चली। 10वीं कीती है। 10वीं तो बाद इन्हां नूं कॉलेज पाया गया। कालज विच जदों पाया गया इन्हां ने खंडे बाटे की पौल छकी सी। जदों इन्हां ने खंडे बाटे की पौल छकी सी ना ते कालज विच पढ़दियां शरीर सुभाਅ इन्हां दा शुरू तो ही जिहड़ा गर्म सुभाਅ सी। ते वैसे बब्बरां दे सुभाਅ हुंदे भी साध संगत जी गर्म ही है, ऐसी गल नहीं हैगी। ये जिहड़ा नाम है ना बब्बर, ये बड़ा एक वधिया नाम जिहड़ा इस इन्हां नूं दिता गया। इन्हां दा सुभाਅ जिहड़ा शुरू तो ही जिहड़ा बचपन तो जिहड़ा गर्म सीगा ते इन्हां दे नाल एक साथी दी झड़प होई ते इन्हां ने सिरी साहब कढ के उहदी बांह दे उपर जख्म कर दिता, जिस तो इन्हां नूं कॉलेज तो भेजिया गया। फिर दोबारा कोटकपुरे जाके इन्हां ने अपने पिंड नानका पिंड सी कोटकपुरा उत्थे जाके BCom दे विच दाखला लिया। खैर इन्हां दी रुचि जिहड़ी सी ना ਉਹ ਸੀਗੀ पंजाब पुलिस विच भर्ती होण दी, क्योंकि उच्चा लम्मा सुडोल खेडां दे विच माहर दौड़ाक दे विच सब तो अगे दौड़न वाला ते इन्हां दी रुचि सीगी पंजाब पुलिस विच भर्ती होण दी। इन्ने समय दे दौरान 1984 का कारा वरत चुका सी। जो तक उन्हां दी भर्ती होनी सी 1984 वरत चुका सीगा। 1984 तो बाद दस्सण दी लोड़ नहीं, परंतु फिर भी लोड़ है साडे बच्चियां नूं ये गल याद कराउण दी। उस समय दे हालात का जिक्र आपां कर चुके हैं। 1984 तो बाद खालिस्तान दी जिहड़ी मूवमेंट सी ना, अपनी जिहड़ी वखरी राज, देखो वखरा राज कोई ये नहीं सीगा, इहदा सीगा कंप्लीट फ्रीडम। मेरी गल समझ गए? कंप्लीट फ्रीडम, जिन्हों संत जरनैल सिंह जी भिंडरां वालियां ने कहा सीगा कि बीबा जे तू दरबार साहिब ते हमला किया, जिदन तू हमला किया उदन समझ लवी खालिस्तान की नींह जिहड़ी है वो रखी जाएगी। उस दिन खालिस्तान की नींह जिहड़ी है वो रखी जाएगी। ये सोच समझ के मैं इस जहान विच रवां जां ना रवां, परंतु ऐसा बीज जिहड़ा बीजिया जाएगा जिहड़ा सिखां दे अंदरों तू कदी भी जिहड़ा पट नहीं सकती, किहड़ा भी जिहड़ा तू उन्नू गाल नहीं सकती, दूर नहीं कर सकती, मिटा नहीं सकती। खैर 1984 तो बाद दा समा साध संगत जी जिहड़ा भी 1984 की गल करदा सी ना जां जिहड़ा खालिस्तान दा नाम लैंदा सी ना, उस दा इक्को ही सीगा इलाज कि उसनू थाने दे विच बुला के कोई झूठा पुलिस मुकाबला करके उन्नू मार दिता जांदा सी, उन्नू शहीद। ये पंजाब दे हालात सी। साध संगत जी पंजाब दे हालात की बने हैं? जिन्हां मावां ते जिन्हां बाप ने अपने बच्चियां नू मक्खण दे नाल दुध दहियां दे नाल उन्हां दा शरीर पालिया सी ना, अज उन्हां मापियां नू ही उन्हां बच्चियां नू लुकाउणा जिहड़ा उन्हां दे वस तो बाहर हो चुका सी। जिहड़े बच्चियां नू दुध दही दे नाल मक्खणा दे नाल मावां ने उन्हां दे बाप ने उन्हां नू पालिया सी, बच्चे उच्चे लम्मे जवान सन, अज उन्हां मापियां दे वास्ते उही बच्चे जिहड़े है मुसीबत बन चुके सीगे कि हुण इन्हां नू किद्दां लुकोया जावे। जे किते इन्हां दा पता लग गया ते इन्हां नू पुलिस ने चक के लै जाना ते इन्हां नू भी कोई ना कोई मुकाबले दे विच। साध संगत जी जिहड़ी गल तो आपां शुरुआत कीती है वो ये सीगा कि जिहड़े
उस समय के हालात ਜਿਹੜੇ ਥਾਣੇ ਦੇ ਸੀਗੇ ਰਹਿਣ ਵਾਲੇ, ਉਹਨਾਂ ਨੇ ਇੱਕ ਜੱਦੀ ਆਪਣਾ ਹੱਕ ਸਮਝ ਲਿਆ ਸੀਗਾ ਕਿ ਪੰਜਾਬ ਦੀ ਜਵਾਨੀ ਨੂੰ ਕੋਹਿਆ ਜਾਵੇ ਤੇ ਪੰਜਾਬ ਦੀ ਜਿਹੜੀ ਇੱਜ਼ਤ ਹੈ ਉਹਨੂੰ ਜਿਹੜਾ ਨੋਚਿਆ ਜਾਵੇ ਥਾਣੇ ਦੇ ਵਿੱਚ। ਆਹ ਸਾਡੇ ਬੱਚਿਆਂ ਦੇ ਹਾਲਾਤ। ਔਰ ਸਾਡੇ ਨਾਲ ਇਲਾਕੇ ਦੇ ਵਿੱਚ ਇੱਕ ਘਟਨਾ ਹੋਈ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ, ਪੀਏਪੀ ਦੇ ਕੰਪਲੈਕਸ ਦੇ ਵਿੱਚ ਗੋਬਿੰਦ ਰਾਮ ਨੂੰ ਉਡਾ ਦਿੱਤਾ ਗਿਆ ਸੀ, ਨਰਕਾਂ ਨੂੰ ਭੇਜਿਆ। ਉਹ ਗੋਬਿੰਦ ਰਾਮ ਨੇ ਇਹ ਓਪਨਲੀ ਕਹਿ ਦਿੱਤਾ ਸੀ ਇੱਕ ਤੁਹਾਡਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ। ਚਲੋ ਉਹਨੇ ਮਹਾਰਾਜ ਸ਼ਬਦ ਨਾ ਵਰਤਿਆ ਹੋਊਗਾ, ਪਰ ਅਸੀਂ ਮਹਾਰਾਜ ਤੋਂ ਬਗੈਰ ਸਾਡੀ ਜ਼ਬਾਨ ਸੜ ਜਾਵੇ। ਉਹਨੇ ਕਿਹਾ ਸੀ ਇੱਕ ਤੁਹਾਡਾ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ, ਹੁਣ ਉਹ ਤਾਂ ਨਹੀਂ ਹੈਗਾ, ਹੁਣ ਤੁਹਾਨੂੰ ਮੈਨੂੰ ਮੰਨਣਾ ਪੈਣਾ, ਮੈਂ ਉਹਦੀ ਜਗ੍ਹਾ। ਤੇ ਇੱਥੋਂ ਤੱਕ ਤੇ ਇਸ ਬੇਨਤੀ ਨੂੰ ਵੀ ਕਿਸੇ ਨੇ ਰਾਮ ਦਾ ਦਰਜਾ ਦੇ ਦਿੱਤਾ, ਸ਼੍ਰੀ ਰਾਮ ਜੀ ਦਾ, ਕਿਸੇ ਨੇ ਸ਼੍ਰੀ ਕ੍ਰਿਸ਼ਨ ਦਾ ਦਰਜਾ ਦੇ ਦਿੱਤਾ। ਇਸ ਤਰ੍ਹਾਂ ਦੇ ਇਹਨਾਂ ਨੂੰ ਦਰਜੇ ਜਿਹੜੇ ਆ ਉਹ ਸਮੇਂ ਦੇ ਜਿਹੜੀ ਹਕੂਮਤ ਸੀਗੀ ਉਹਨਾਂ ਨੇ ਸਿੱਖਾਂ ਦੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਹਿਰਦਿਆਂ ਨੂੰ ਵਲੂੰਧਰ ਵਾਸਤੇ ਇਹਨਾਂ ਨੂੰ ਦਰਜੇ ਦਿੱਤੇ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀਗਾ, ਪਾਕਿਸਤਾਨ ਵੈਸੇ ਇਹਦੇ ਬਾਰੇ ਦੋ ਰਾਵਾਂ ਹਨ। ਇੱਕ ਤੇ ਕਹਿੰਦੇ ਹਨ ਕਿ 1994 ਦੇ ਵਿੱਚ ਭਾਈ ਸਾਹਿਬ ਭਾਈ ਵਧਾਵਾ ਸਿੰਘ, ਭਾਈ ਸਾਹਿਬ ਭਾਈ ਮਹਿਲ ਸਿੰਘ ਤੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੀ 1994 ਦੇ ਵਿੱਚ ਮੀਟਿੰਗ ਹੋਈ ਆ ਪਾਕਿਸਤਾਨ। ਇੱਕ ਰਾਏ ਇਹ ਹੈਗੀ ਆ। ਦੂਸਰਾ ਮੈਂ ਨਾ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਲੱਖਾ, ਜਿਹੜੇ ਉਦੋਂ CID ਵਿੱਚ ਸੀ, ਹੁਣ ਪੈਰੋਲ ਤੇ ਆ ਚੁੱਕੇ ਆ, ਪੱਕੀ ਪੈਰੋਲ ਤੇ, ਉਹਨਾਂ ਦੀ ਇੰਟਰਵਿਊ। ਉਹ ਕਹਿੰਦੇ ਇਹ ਜਿਹੜਾ ਵੀ ਕੁਛ ਸੀਗਾ ਇਹ ਪਟਿਆਲੇ ਦੀ ਧਰਤੀ ਤੇ ਰਚਿਆ ਗਿਆ। ਚਲੋ ਆਪਾਂ ਇਸ ਪਾਸੇ ਨਹੀਂ ਪੈਣਾ, ਜੋ ਵੀ ਹੈ ਇਹਨਾਂ ਦੀ ਆਪਸ ਵਿੱਚ ਇੱਕ ਸਲਾਹ ਹੋਈ ਹੈ। ਮੈਂ ਦੋਨੋਂ ਗੱਲਾਂ ਤਾਂ ਰੱਖ ਦਿੱਤੀਆਂ, ਕਈ ਵਾਰ ਆਪਾਂ ਇੱਕ ਗੱਲ ਨੂੰ ਪ੍ਰਮੋਟ ਕਰ ਦਿੰਦੇ ਹਾਂ ਤੇ ਦੂਜਾ ਧਿਰ ਜਿਹੜਾ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਇਹ ਜੋ ਵਿਦਵਾਨਾਂ ਦੀ ਰਾਏ ਹੈ, ਜੋ ਲਖਵਿੰਦਰ ਸਿੰਘ ਲੱਖਾ ਦੀ ਇੰਟਰਵਿਊ ਹੈ, ਉਹ ਕਹਿ ਰਿਹਾ ਵੀ ਸਾਰਾ ਕੁਝ ਪਟਿਆਲਾ ਦੀ ਧਰਤੀ ਤੇ ਜਿਹੜਾ ਰਚਿਆ ਗਿਆ। ਖੈਰ, ਉਹਨਾਂ ਨੇ ਕੀ ਰਚਿਆ? ਉਹਨਾਂ ਨੇ ਕੀ ਰਚਿਆ? ਉਹ ਕਹਿੰਦੇ ਹਨ ਵਾਤਾਵਰਣ ਦੇ ਵਿੱਚ ਜਿਹੜਾ ਪ੍ਰਦੂਸ਼ਿਤ ਫੈਲਾਉਣ ਵਾਲਾ ਦਰਖਤ ਹੈ ਉਹਦੀਆਂ ਟਾਹਣੀਆਂ ਵੱਢਣ ਦੀ ਬਜਾਏ ਕਿਉਂ ਨਾ ਉਸ ਦਰਖਤ ਨੂੰ ਹੀ ਜਿਹੜਾ ਜੜ ਤੋਂ ਜਿਹੜਾ ਪੱਟਿਆ ਜਾਵੇ। ਬੜੇ ਧਿਆਨ ਨਾਲ ਸੁਣਿਓ, ਇਹ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਔਰ ਮੈਂ ਪੜ੍ਹ ਕੇ ਬੜਾ ਮੈਨੂੰ ਅੱਛਾ ਲੱਗਾ। ਕਹਿੰਦਾ ਵਾਤਾਵਰਣ ਦੇ ਵਿੱਚ ਜਿਹੜਾ ਦਰਖਤ ਪ੍ਰਦੂਸ਼ਣ ਫੈਲਾ ਰਿਹਾ ਹੈ ਉਹਦੀਆਂ ਟਾਹਣੀਆਂ ਨੂੰ ਰੋਜ਼-ਰੋਜ਼ ਵੱਢਣਾ, ਕਹਿਣ ਤੋਂ ਭਾਵ ਕਿਸੇ ਇੰਸਪੈਕਟਰ ਨੂੰ ਮਾਰਨਾ, ਕਿਸੇ ASI ਨੂੰ ਮਾਰਨਾ, ਜੇ ਉਹ ਕਰਦੇ ਸਨ ਤੇ ਫਿਰ ਅਸੀਂ ਵੀ ਤਾਂ ਕਿਹੜੀਆਂ ਸਿੰਘਾਂ ਨੇ ਕਿਹੜੀਆਂ ਚੂੜੀਆਂ ਪਾਈਆਂ ਸੀਗੀਆਂ, ਉਹਨਾਂ ਨੇ ਵੀ ਤਾਂ ਉਹਨਾਂ ਦੇ ਬਦਲੇ ਲੈਣੇ ਸੀਗੇ। ਜੇ ਉਹਨਾਂ ਦੇ ਕਿਸੇ ਭਰਾ ਨੂੰ ਉਹਨਾਂ ਦੇ ਘਰ ਦੇ ਵਿੱਚ, ਉਹਨਾਂ ਦੇ ਪਿੰਡ ਵਿੱਚ ਆ ਕਰਕੇ ਉਹ ਕੋਹ ਕੇ ਮਾਰਦੇ ਸੀਗੇ, ਫਿਰ ਇਹਨਾਂ ਨੇ ਵੀ ਕਹਿੰਦੇ ਇਹਨਾਂ ਨੂੰ ਟਾਹਣੀਆਂ ਨੂੰ ਵੱਢਣ ਦੀ ਬਜਾਏ ਉਹ ਜਿਹੜੀਆਂ ਟਾਹਣੀਆਂ ਜਿਸ ਦਰਖਤ ਨਾਲ ਲੱਗੀਆਂ ਉਸ ਦਰਖਤ ਨੂੰ ਹੀ ਜੜ ਦੇ ਵਿੱਚੋਂ ਕਹਿੰਦੇ ਵੱਢਿਆ ਜਾਵੇ, ਕਿਉਂਕਿ ਇਹਨਾਂ ਟਾਹਣੀਆਂ ਨੂੰ ਜਿਹੜੀ ਸ਼ਕਤੀ ਮਿਲ ਰਹੀ ਹੈ ਉਹ ਸ਼ਕਤੀ ਜੜ ਤੋਂ ਮਿਲ ਰਹੀ ਹੈ, ਔਰ ਜੜ ਨੂੰ ਜਿਹੜੀ ਸ਼ਕਤੀ ਮਿਲ ਰਹੀ ਹੈ ਉਹ ਧਰਤੀ ਤੋਂ ਮਿਲ ਰਹੀ ਹੈ। ਕਿਉਂ ਨਾ ਉਹਨਾਂ ਦੀਆਂ ਜੜਾਂ ਨੂੰ ਧਰਤੀ ਦੇ ਨਾਲੋਂ ਵੱਖਰਾ ਕਰ ਜਾਵੇ ਤਾਂ ਜੋ ਉਹ ਜਿਹੜਾ ਦਰਖਤ ਹੈ ਉਹ ਆਪ ਹੀ ਸੁੱਕ ਜਾਵੇ, ਉਹ ਸੜ ਜਾਵੇ। ਇਹ ਜਿਹੜੀ ਸਲਾਹ ਹੋਈ, ਉੱਥੇ ਫਿਰ ਜਗਤਾਰ ਸਿੰਘ ਹਵਾਰਾ ਨੇ ਇਹ ਨਿਸ਼ਚਾ ਕੀਤਾ, ਪਰਮਾਤਮਾ ਦੇ ਚਰਨਾਂ ਦੇ ਵਿੱਚ ਮਨੋ ਮਨੀ ਬਹਿ ਕੇ ਅਰਦਾਸ ਕੀਤੀ। ਤੇ ਮੈਂ ਕਹਿੰਦਾ ਹੁੰਨਾ ਸਿੱਖਾ, ਅਰਦਾਸ ਤੇਰੀ ਅਗਰ ਅੰਦਰੋਂ ਹੋ ਰਹੀ ਹੈ, ਤੇਰੀ ਸੱਚੀ ਭਾਵਨਾ ਦੇ ਨਾਲ ਹੋ ਰਹੀ ਹੈ, ਤੇਰੇ ਅੰਦਰ ਸ਼ਰਧਾ, ਤੇ ਉਹ ਅਰਦਾਸ ਪਰਿਪੂਰਨ ਪਰਮਾਤਮਾ ਦੇ ਘਰ ਦੇ ਵਿੱਚ ਜਾਂਦੀ ਹੈ। ਮੈਂ ਇੱਕ ਹੋਰ ਬੇਨਤੀ ਕਰ ਦਿਆਂ, ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਲੈ ਕੇ ਚੱਲਾਂਗੇ। ਜਦੋਂ ਵੀ ਮਜਲੂਮਾਂ ਦੇ ਉੱਪਰ ਜ਼ੁਲਮ ਹੋਇਆ, ਉਹਨਾਂ ਮਜਲੂਮਾਂ ਨੇ ਜਦੋਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕੀਤੀ ਹੈ, ਉਸ ਪਰਿਪੂਰਨ ਪਰਮਾਤਮਾ ਨੇ ਜਾਂ ਤੇ ਆਪ ਇਸ ਧਰਤੀ ਤੇ ਆ ਕੇ ਉਸ ਦਾ ਪੂਰਾ ਨਿਪਟਾਰਾ ਕੀਤਾ, ਜਾਂ ਉਸ ਪਰਮਾਤਮਾ ਨੇ ਕੋਈ 5 ਤੱਤਾਂ ਦਾ ਸਰੀਰ ਚੁਣਿਆ, ਉਸ ਸਰੀਰ ਦੇ ਕੋਲੋਂ ਪਰਮਾਤਮਾ ਨੇ ਆਪ ਕਲਾ ਵਰਤਾਈ। ਮੈਂ ਤੁਹਾਡੇ ਸਾਹਮਣੇ 2-4 ਪ੍ਰਮਾਣ ਦਿਆਂਗਾ। ਮਹਾਰਾਜ ਕਹਿੰਦੇ ਆ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਕਿਹਨੇ ਮਾਰਿਆ? ਹਰ ਮਾਰਿਆ। ਉੱਥੇ ਪਰਮਾਤਮਾ ਆਪ ਵਰਤਿਆ। ਮੈਂ ਬੇਨਤੀ ਕਰ ਰਿਹਾ, ਜਦੋਂ ਵੀ ਕਿਤੇ ਮਜਲੂਮਾਂ ਦੇ ਉੱਪਰ ਜ਼ੁਲਮ ਹੋਇਆ, ਉਹਨਾਂ ਦੇ ਹਿਰਦੇ ਚੋਂ ਨਿਕਲੀ ਹੋਈ ਅਰਦਾਸ
वो परमात्मा के घर च पहुंची। तो भाई गुरदास जी तो इत्थों तक कहते हैं, कहते गुरु नानक आया ही अरदास करके सी, सुनी पुकार दातार प्रभ, गुरु नानक जग माहे पुकार हुई, अरदास हुई है। हर जुग जुग भगत उपाया, पैज रखदा आया राम राजे, हर ना कश दुष्ट हर मारिया, प्रहलाद तराया। वो परमात्मा वरतदा जी, अपनी कला वरताउंदा। पहला प्रमाण। दूसरा प्रमाण जी, भगत नामदेव जी नूं बन के उस समय के राजे के सामने पेश किया गया। सुल्तान पूछे सुनबे नामा, देखू राम तुम्हारे कामा। सुल्ताना नामे बादिला बन के अगे पेश कर दिता। फिर वो जिहड़ा राजा की कहता सुल्तान, जे तू नामदेव, जे तू अपने रब नूं याद करदा ते आ जिहड़ी मरी हुई गां है जींदा कर दे, नहीं ते तू आप मरन लई तैयार हो जा। उन्हें परमात्मा के चरणों में अरदास की। बड़े ध्यान नाल गुरु ग्रंथ साहब के बचन है, तो उत्थे फिर परमात्मा आप प्रगट होए, ते परमात्मा ने आके नामी नूं कहा, कहे तां तरन इकौडी करूं। धरती में इदां करदियां, कहंदे कहे तां तरन इकौडी करूं, कहे तां लेकर ऊपर धरूं। इनू उल्टी कर दिया, कहे तां तरन इकौडी करूं, कहे तां लेकर ऊपर धरूं, कहे तां मुई गऊ दियो जिवाए, सब कोई देखे पतियाए। ये अरदास की शक्ति है जी, ये अरदास की शक्ति है उन्होंने। क्योंकि जिहड़ा दुखी है ना, जिन्ना दुखी बंदा अरदास, मैं एक बेनती करा, जो किते घर च दुख होंदा ना, अपनी अरदास आप करया करो। माफ़ करना मैं, क्योंकि ਜਿਹੜੀ अरदास तुसी कर सकते हो ਜਾਂ असी कर सकते हैं ना, माफ़ करना तुसी मेरे को आओगे 20 यूरो दोगे 50 दोगे, मेरी भावना वो नहीं बननी। दुखी बंदे की अरदास जी अंदरों निकलती है ना, वो अंदरों निकलती। मैं बेनती कर रहा सी, कहे तां तरन इकौड़ी करूं, कहे तां लेकर ऊपर धरूं, कहे तां मूई गऊ दी ओ जीवाए, सब कोई देखे पतियाए। परिपूर्ण परमात्मा आप धरती ते आए। तीसरा प्रमाण जी, गुरु अर्जन देव जी महाराज नूं जदों गुरता गद्दी ते विराजमान किया गया, तो बाबा प्रिथी चंद चला गया उस समय दे जहांगीर कोल। कहंदा भी आते बाबा बुढ़ा जी ने काम ही बड़ा गलत करता, वड्डा मैं सीगा, पग मेरे बननी सीगी, गुरता गद्दी ते मैं विराजमान होना सीगा, ते दे दिता ही गुरता देती है, कोई गलती हो गई है तो मेरी मदद करो। कहंदे दस, कहंदा हुण इक्को ही तरीका वै, गुरु अर्जन तां बैठा मेरा भरा, इनू कहंदा मार दिता जावे, इहो इसे वास्ते गया होगा, कतल कर दो। ते उन्हें फिर की कीता, उन्हें सुलही खां नूं भेजिया। ते गुरु ग्रंथ साहब दे विच बचन है, सुलही ते नारायण राख बिलावल राग। ये मैं थोड़ा जिहा मैं होर एक्सप्लेन करदा। जदों गुरु अर्जन देव जी महाराज नूं पता लगा ना भी सुलही खां अपना लश्कर लैके आ रहा, ते दरबार साहब की धरती ते बैठे बाबा बुढ़ा जी, भाई साहब भाई गुरदास जी, उन्होंने गुरु अर्जन देव जी महाराज नूं क्या कहते, महाराज सूहीए कोलों पता लगा भी सुलही आ रहा, तो आपां उन्होंने इदां करिए, पत्रका लिख के भेजीए भी साडे फकीरां कोलों तू आके की लैना बई, भी तू रस्ते चों मुड़ जा। तो गुरु अर्जन देव जी कहते बिल्कुल पत्रिका नहीं लिखनी। फिर कहते महाराज जे पत्रिका नहीं लिखनी, दो बंदे भेज दिए, जाके सुलह करिए रस्ते दे विच भी तू साडे कोलों की लैना, ते तू रस्ते चों मुड़ जा। गुरु अर्जन देव जी कहते हैं ये भी काम नहीं करना। कहते महाराज फिर तीजा काम इदा करो, सानू हुक्म करो, असी डांगा सोटा ते किरपाना लैके जाने, जाके मुकाबला कर दे। ते महाराज कहते ये भी काम नहीं करना। ते फिर भाई गुरदास ते बाबा बुढ़ा जी कहते फिर की करना। उत्थे महाराज का बचन है, प्रथमे मता जे पत्री चलावो। गुरु ग्रंथ साहब के बचन, प्रथमे मता जे पत्री चलावो, द्वितीय मता दोए मानुक पहुँचावो, तृतीय मता किछ करो उपाया। ते गुरु अर्जन देव जी कहते हैं मैं सब किछ छोड़ प्रभ तुही ते आया, तर जीअरे एक टेक तू, लाहे बिडानी आस, नानक नाम ध्याईए, कारज आवे रास। जिन्हों पढ़ते हैं सुखनी साहब दे विच, मन बेचे सतगुर के पास, ते सेवक के कारज रास। गुरु अर्जन देव जी कहते बिल्कुल ये काम नहीं करने। प्रथमे मता जे पत्री चलावो, द्वितीय मता दोए मानुक पहुँचावो, तृतीय मता किछ करो उपाया, मैं सब किछ छोड़ प्रभ तुही ते आया। जदों सिखा तू सारियां आसां छड्ड के हथ खड़े करके उहदे कोल आ जांदा ना, फिर वो साडी इज्जत भी रखदा ते फिर साडी पत भी रखदा।
फिर साडी इज्जत रखदा। ते उत्थे फिर की होया, जिहड़ा सुलही खां सीगा वो जदों हेहर पिंड पहुंचिया ते प्रिथी चंद ने कहा 2 दिन इत्थे रुक जावो, मैं तुहानूं अपना कारोबार दिखाउणा। उहदे इट्टां दे भट्ठे सी। वाहिगुरू ने कुछ ऐसी खेड वरताई कि वो जरा सुलही खां जरा घोड़े ते चढ़िया सी, उहदा घोड़ा तरफ गया, डर गया, इट्टां दे भट्ठे विच डिग गया, आप भी सड़ गया ते घोड़ा भी सड़ गया। उत्थे फिर महाराज दा वचन है, सुलही ते नारायण राख। सुलही नूं रब ने राह च रख लिया। सुलही ते नारायण राख, सुलही का हाथ कहीं ना पहुंचे, सुलही होए मुआ ना पाक। फिर रब ने की कीता, कड कुठार, अपना घोड़ा कढ़िया, कड खुटार खसम सिर काटिया, खसम सिर काटिया। उन्हें उहदा सिर जिहड़ा वढ़ के जिहड़ा दूर करता। मेरे कहण तो भाव जदों भी परमात्मा दे घर दे विच असीं अरदास करते हैं, उत्थे भाई साहब भाई जगत अपने जगतार सिंह हवारा जी ने अरदास की। उस तो बाद वो जिहड़े सीगे पंजाब दी धरती ते आए। इन्ने समय दे दौरान भाई दिलावर सिंह जी SPO की भर्ती विच स्पैशल पुलिस अफसर विच भर्ती होए है ते भर्ती होने तो बाद सस्पेंड भी हो चुके हैं। इन्ने समय दे विच, इन्ने समय च सस्पेंड हो चुके हैं। हुण जिहड़ा बेअंत सिंह सीगा वो 1992 दे विच 10% वोटां लैके कांग्रेस सरकार ने उन्होंने अगे लाया भी तू किसी तरीके दे नाल पंजाब दा घाण कर दे। मैं इत्थे बेनती करां, पंजाब दा घाण 1992 च नहीं शुरू होया, ये तो उदों शुरू होया जदों तो धन धन गुरु नानक देव जी महाराज इस रूहे जमीन ते आए। इसलिए महाराज नूं कहना पिया सीगा, कादी कूड़ बोल मल खाए, ब्राह्मण नावे जियां काए, जोगी जुगत ना जाने आन तीने ओ जाड़े का बंद। इसलिए गुरु नानक देव जी नूं कहना पिया सीगा, धर्म पंख कर उड़ रिया, धर्म नाम दी उदों तो, क्योंकि गुरु नानक देव जी का जिहड़ा सच का सिद्धांत है माफ करना, वो तो हुण सिखां नूं नहीं पचदा पिया। उन्हां दी गल तां छड्डो, हुण तां असीं ही आप ही गुरु ग्रंथ साहब जी महाराज के उपर कटाक्ष करते हैं, आ गल इदां नहीं, आ गल इदां। मैं जी बेनती किया, उस समय का जकरिया खान जिहड़ा सी ना, वो बेअंता बुच्चड़ नूं बनाया गया, उन्होंने पंजाब का CM बनाया गया। हुण उहदे नाल पंजाब की पुलिस का जिहड़ा सीगा सिरमौर, वो लाया गया KPS गिल। ते KPS गिल के बारे एक पता विद्वान की लिखदा, मैं उही लफ्ज बोलांगा, कहंदा दाड़ी उन्हें तुन्नी है ते मुछां उहदियां इदां जिद्दां बिल्ले दी पूछ, कहंदा ते अखां दे विच उहदे ਉਹ ਕਹਿੰਦਾ जलालत दिखाई दिंदी है कि वह चाहुंदा है कि कोई नौजवान 18 साल का मुछ फुट गभरू मेरे सामने आवे, मैं बिना किसी कारण उहदे गोली मारा ते उन्नू कहंदा मैं मार मुका दियां। ये उहदे हालात सीगे KPS गिल दे। हुण KPS गिल इत्थे कल्ला नहीं सीगा, इत्थे नाल सी सरबदीप सिंह विरक, इत्थे नाल सी इजहार आलम, इत्थे नाल सी सुमेध सैनी, ते इत्थे नाल सीगा वो गुंडा जिहड़ा निहंग सिंह दे बाणे नूं बदनाम करने वाला अजीत सिंह पूला, जिहड़े गुंडे ने उस समय पंजाब की धरती के उपर नौजवानों का नाच जिहड़ा सीगा इन्हां ने रल के जिहड़ा सीगा नचा दिता। ये सारे जिहड़े सीगे पंजाब की धरती की नौजवानों नूं जिहड़ा सीगा खत्म करन आए सी। मैं ना पिछले तो पिछले साल जदों आया, लास्ट ईयर तुहाडे कोल भी हाज़री भर गया सी मैं इत्थे, उस तो पिछले साल असी ना इटली की धरती ते सीगे ते एक परिवार च गए छकण वास्ते प्रशादा, ते बजुर्ग माता साध संगत जी, उस बजुर्ग माता ने ना उस समय के हालातों का जिक्र किया, ते हालातों का जिक्र ये किया, मैनूं कहंदी पुत्त साडे पिंड 30 साल तक बरात नहीं सी कहंदे चढ़ी, बरात नहीं सी कहंदे चढ़ी, क्योंकि जिहड़ी जवानी सी वो तां सारी खत्म कर दित्ती सी, वो सारी को के उन्होंने शहीद कर दित्ती सी। कहते 30 साल तक मैं अपने पिंड कहंदे बरात नहीं कहंदे कोई चढ़ती देखी, कोई नौजवान। ये हालात इस बेअंते ने और KPS गिल ने जिहड़ा कीता, ते गुरु ग्रंथ साहब का बचन है, फिर गरीबां उपर जे खिंजे दाड़ी, आपां कहने ना गरीब नूं तां की कहंदे मैं तैनूं देख लवांगा, महाराज कहंदे गरीबां उपर जे खिंजे दाड़ी, पार ब्रह्म सा अगर मैं साड़ी। ये उहदा बिरद है परमात्मा दा जी, वाहिगुरू दा कोई रोक सकदा।
गरीबां उपर जे खिंजे दाड़ी पार ब्रह्म सा अगन मैं साड़ी। ते मैं बेनती करदा हुन्ना इस ब्रह्मंड दे विच जेकर सब तो गरीब कौम है ते ओ सिख कौम है। गरीब कौम, गरीबी, ये गरीबी आई कित्थों है सिख कौम को? ये गुरु नानक देव जी परमात्मा को लैके आए है। अर्थ करांगा बाद गरीबी दे अगे जाके। गरीब जे इस दुनिया ते इस ब्रह्मंड दे विच सब तो गरीबी देखनी है ते ये सिख कौम दे कोल है। और ये गरीबी परिपूर्ण परमात्मा दे कोल गुरु नानक देव जी लैके आए है। ते गुरु नानक देव जी महाराज दे बारे भाई गुरदास जी फरमाउंदे, पहला बाबे पाया बख्शदर, पिछों दे फिर काल कमाई, रेत अक आहार कर, रोड़ा दी गुर करी बछाई, भारी करी तपस्या, वड्डे भाग हर स्यों बन आई। भारी करी, मैं कई बार सोचता हुन्ना असी भी कहने अरदासां करदियां पूरियां नहीं हुंदियां। भाई गुरदास कहता भारी करी तपस्या, वड्डे भाग हर स्यों बन आई। फिर ये जिहड़े है ना ये परमात्मा की बांह फड़ के उहदे कोलों काम कराउंदे, कहंदे सैन कर आ काम साडा होना चाहिए। इन्हां नूं फाइलां रखण दी लोड़ नहीं, सिफारिशां दी, सीधी फाइल तैयार कर गया रब दे घर विच काम कर। कहंदे भारी करी तपस्या, वड्डे भाग हर स्यों बन आई, बाबा पैंदा सचखंड ते की लैके आया नौ निध नाम गरीबी पाई। गरीबी का अखरी अर्थ है अंदर की निमरता, जेब की गरीबी नहीं। गरीबी का अखर है गरीबां उपर जे साध संगत जी तुसी आप ही देख लवो किन्ना सिख कौम के उपर जुल्म होया। ते जदों भी सिख किसी के उपर जुल्म हुंदा देखदी है ना ते वो बाटियां ते बाल्टे लैके उत्थे पहुंच जाती। ये गरीबी नहीं तो होर की है, ये निमरता नहीं, अंदर की भावना नहीं तो होर की है। सिख कौम के अंदर कितना जुल्म होया। 84 दे विच टायर पा पा के सिखां नूं उन्हां दियां बच्चियां नूं जिहड़ा थाने दे विच दिल्ली दे विच को के उन्हां नूं शहीद किया गया, बेइज्जत बेपत किया गया। पर जदों भी सिख दूसरी कौम के उपर, मैं ना जदों इत्थों गया ना तो 2019 की गल है शायद, तो मेरी फ्लाइट सीगी इधर दी अपने रस्ते विच मैनूं उदों ना केरला दे विच हड़ आए सीगे। तुसीं याद करो 2 साल पहला केरला का बहुत माड़ा हाल होया सीगा। ते मैं उत्थे फ्लाइट की ना 2 घंटे की स्टे सीगा, 2-2.5 घंटे। ये मैं गल बंगला साहब तो जांदियां मेरी हाज़री सी बंगला साहब, मैं लाइव दे गल कही है। साध संगत जी हुण चलो आपां, मैं पैंट कमीज बहुत घट पाउंदा हैगा, मैं कदी पाई नहीं गी, ते चोला हुंदा ते जां मेरा कुर्ता पजामा हुंदा। मेरे सामने ना मैं एयरपोर्ट ते खड़ा सीगा, मेरे सामने एक क्लीन शेव सांवले रंग का वो दौड़ा आ रहा, तो मैनू ना दूरों लग रहा कि मेरे वाल आ रहा, तो मैं कहा शायद लंघ जाएगा। जदों मेरे लागे आया तो लागे आके उन्हें मेरे पैरों नूं हथ लाया। जदों पैर नूं हथ लाया मैं अध चक के उपर चक्या। मैं कहा तू की कर रहा? मैं समझ गया कि इंडियन होवेगा, इंडियन होवेगा। मैं हिंदी में कहा कि मैं कहा आप क्या कर रहे हो? तो मैनू उन्हें पता की किया, कहंदा बचपन दे विच मां ते दादी कोलों सुनिया सी रब हुंदा। सुनियो ध्यान नाल, ये उहदे लफज मैं बंगला साहब तो डायरैक्ट बोले सी उस तरह। कहंदा बचपन दे विच सुनिया सी मां ते दादी कोलों रब हुंदा, असी रहने आ विदेशों विच पर असी रब नूं कहंदे केरला दीयां गलियां विच घुमदा होया आप देखिया। असी केरला दीयां गलियां विच रब नूं घुमदा होया, क्योंकि उदों केरला दी बहुत माड़ी हालात सीगी, घरां घरां च पानी सी, उजाड़ा पिया। और उत्थे सिखां ने फिर जिहड़ियां अपणियां बाल्टियां ते डोंगे लैके बाटे लैके उन्हां दी जिहड़ी सेवा कीती सी। मेरे कहण तो भाव कि महाराज कहंदे है गरीबां उपर जे खिंजे दाड़ी, पार ब्रह्म सा अगन मह साड़ी। पहला बाबे पाया बख्शदर, पिछों दे फिर काल कमाई, रेत अक आहार कर, रोड़ा दी गुर करी बछाई, भारी करी तपस्या, वड्डे भाग हरस्यो बड़ आई, बाबा पैंदा सचखंड नौ निध नाम गरीबी। एक होर बेनती हुण अगली, शायद तुहानूं लगे भावें अगले साल कह दो भी की कह गए भाई साहब जी। साडी गरीबी लोकां वास्ते है, अपनी कौम दे वास्ते। साडे जदों असीं किते निमरता की गल आउंदी ना उदों असीं पैर पिछे करदे, क्यों भाई साहब जी सही कि नहीं हैगा। लोकां दे वास्ते असीं इकट्ठे हो जाने आ, गरीबी है निमरता इहदी मदद कर दो। ते जे साडा भरा किते रुलदा होवे ते असीं उहदे वास्ते कहने दफा होण दे, कहंदे ये साडे हालात। मैं बेनती करांगा बाबा फरीद जी पता की कहंदे है, कहंदे गरीबी एक ऐसी है, निमरता एक ऐसी है जिहड़ी तैनूं परमात्मा दे घर विच प्रवान करा देवेगी।
क्योंकि सिख रोज़ प्रवान होने की अरदास करदा, बेनती करदा। सिख रोज़ कहता पई प्रापत मानुक दे हुरिया गोबिंद बिन की ए तेरी, ठीक है ना, ये प्रवानता की गल है। तो बाबा फरीद जी कहते हैं कि निमरता एक ऐसी है जिहड़ी तैनूं परमात्मा के घर च प्रवान। बाबा फरीद जी कहते कहते दरिया के किनारियां ते उगी हुंदी है दब, ठीक है जी, दब समझते हो? और तुहानूं ते पता, हुण बच्चिआं नूं नहीं पता दब किहनूं कहंदे आ। ये साडा कौम दी आउण वाले समय दे विच तरासदी होवेगी जे इन्हां बोलां नूं असीं साਂਭ के ना रखिआ। ਉਹ ਜਦੋਂ ਦੱਬ ਵੜਦੇ ਸੀ ਨਾ, ਉਹ ਦੱਬ ਦੇ ਨਾਲ ਸਾਡੇ ਹੱਥ ਤੇ ਸਾਡੀਆਂ ਬਾਹਾਂ ਪੱਛੀਆਂ ਜਾਂਦੀਆਂ ਸੀਗੀਆਂ। ਹੁਣ ਪੱਛੀਆਂ ਸ਼ਬਦ ਵੀ ਬੱਚਿਆਂ ਨੂੰ ਨਹੀਂ ਪਤਾ, ਠੀਕ ਹੈ ਜੀ, ਕੱਟੀਆਂ ਜਾਂਦੀਆਂ ਜਿਹਨੂੰ ਆਪਾਂ ਕਹਿ ਲਈਏ। ਤੇ ਫਿਰ ਉਸ ਦੱਬ ਨੂੰ ਵੱਢ ਕੇ ਪੈਸੇ ਦੇ ਉੱਪਰ ਖਿਲਾਰਦੇ ਸੀਗੇ। ਪੈਸਾ ਵੀ ਸਾਡੇ ਬੱਚਿਆਂ ਨੂੰ ਨਹੀਂ ਪਤਾ। ਮੈਂ ਤਿੰਨੋਂ ਸ਼ਬਦ ਪੁਰਾਤਨ ਬੋਲੇ ਆ। ਦੱਬ ਨੂੰ ਵੱਢਦੇ ਸੀਗੇ, ਦੱਬ ਦੇ ਵੱਢਣ ਦੇ ਨਾਲ ਸਾਡੇ ਹੱਥ ਤੇ ਸਾਡੀਆਂ ਬਾਹਾਂ ਜਿਹੜੀਆਂ ਪੱਛੀਆਂ ਜਾਂਦੀਆਂ ਸੀਗੀਆਂ ਤੇ ਉਹਨਾਂ ਨੂੰ ਫਿਰ ਪੈਸੇ ਤੇ ਖਿਲਾਰਦੇ ਸੀਗੇ। ਫਿਰ 10 ਤੋਂ 12 ਦਿਨ ਮਹੀਨਾ ਖਿਲਾਰੀ ਜਾਂਦੀ ਸੀ। ਉਹਦੇ ਉੱਪਰੋਂ ਡੰਗਰ, ਉਹਦੇ ਉੱਪਰੋਂ ਗੱਡਾ, ਉਹਦੇ ਉੱਪਰੋਂ ਸਾਰੇ ਲੋਕ ਲੰਘਦੇ ਸੀਗੇ। ਫਿਰ ਉਹਦੇ ਅੰਦਰ ਜਿਹੜੀ ਆਕੜ ਸੀ ਨਾ, ਜਿਹਦੇ ਕਰਕੇ ਉਹਨੇ ਤੁਹਾਨੂੰ ਪੱਛਿਆ ਸੀ, ਵੱਢਿਆ ਸੀਗਾ, ਉਹਦੀ ਆਕੜ ਜਿਹੜੀ ਆ ਕਾਫੀ ਹੱਦ ਤੱਕ ਮਰ ਜਾਂਦੀ ਆ। ਹਉਮੈ ਉਹਦੀ ਮਰ ਗਈ, ਉਹਦੀ ਜਾਨੀ ਕਿ ਦੱਬ ਦੀ। ਫਿਰ ਉਸ ਦੱਬ ਨੂੰ ਆਪਾਂ ਇਕੱਠਾ ਕਰਦੇ ਹਾਂ, ਜਿਹੜੀ ਲਤਾੜੀ ਹੋਈ ਹੈ, ਜਿਹੜੀ ਟੁੱਟੀ ਹੋਈ ਹੈ, ਉਹਨੂੰ ਫਿਰ ਆਪਾਂ ਕੀ ਕਰਦੇ ਸੀ, ਇੱਕ ਚੁਬੱਚੇ ਵਿੱਚ ਪਾਣੀ ਇਕੱਠਾ ਕਰਕੇ ਉਹਦੇ ਵਿੱਚ ਆਪਾਂ ਡੋਬ ਦਿੰਦੇ। ਬਾਬਾ ਫਰੀਦ ਜੀ ਕਹਿ ਰਹੇ ਆ ਆਪਣੇ ਸ਼ਲੋਕਾਂ ਦੇ ਵਿੱਚ, ਉਹਨੂੰ ਆਪਾਂ ਡੋਬ ਦਿੰਦੇ ਸੀਗੇ। ਜਦੋਂ ਡੋਬਦੇ ਸੀ ਨਾ ਆਪਾਂ ਨੂੰ ਉਹਦੇ ਵਿੱਚ, ਫਿਰ ਡੋਬ ਕੇ ਉਹਨੂੰ 5-7 ਦਿਨ ਉਹਦੀ ਮਾੜੀ ਮੋਟੀ ਹਉਮੈ ਉਹ ਮਰ ਗਈ, ਉਹ ਬਿਲਕੁਲ ਇੱਕ ਮਰੀ ਹੋਈ ਹੋ ਗਈ, ਲਾਸ਼ ਬਣ ਗਈ। ਫਿਰ ਉਹਨੂੰ ਚੱਕਿਆ ਜਾਂਦਾ ਸੀਗਾ। ਜਦੋਂ ਉਹਨੂੰ ਚੱਕਦੇ ਸੀ ਨਾ, ਉਹਨੂੰ ਚੱਕ ਕੇ ਫਿਰ ਜਿਹੜੇ ਸੀਗੇ ਉਹ ਉਹਨੂੰ ਬੁਣਦੇ ਸੀ, ਉਹਦੀ ਬਣਦੀ ਸੀ ਚਟਾਈ। ਉਹ ਜਿਹੜੀ ਚਟਾਈ ਸੀ ਉਹ ਫਿਰ ਧਰਮਸ਼ਾਲਾ ਜਾਂ ਦੇਵਾਲਿਆਂ ਦੇ ਵਿੱਚ ਜਾ ਕੇ ਵਿਛਾਈ ਜਾਂਦੀ ਸੀ। ਫਿਰ ਜਿੱਥੇ ਬਹਿ ਕੇ ਸਾਡੇ ਵਰਗੇ, ਤੁਹਾਡੇ ਵਰਗੇ ਬਜ਼ੁਰਗ ਜਿਹੜੇ ਸੀਗੇ ਉਹ ਉੱਥੇ ਬਹਿ ਕੇ ਰੱਬ ਦਾ ਨਾਂ ਲੈਂਦੇ ਸੀਗੇ। ਫਿਰ ਜਦੋਂ ਉਹ ਉੱਠ ਕੇ ਉੱਥੋਂ ਜਾਂਦੇ ਸੀ ਨਾ, ਜਿਹੜੇ ਦੂਜੇ ਹੁੰਦੇ ਸੀਗੇ ਉਹ ਜਦੋਂ ਮੱਥਾ ਟੇਕਦੇ ਸੀ ਨਾ, ਉਸ ਦੱਬ ਦੇ ਵਿੱਚੋਂ ਜਿਹੜੀ ਧੂੜੀ ਸੀ ਉਹਨਾਂ ਦੀ ਪਹਿਲਿਆਂ ਦੀ ਉਹ ਚੱਕਦੇ ਸੀ, ਚੱਕ ਕੇ ਆਪਣੇ ਮੱਥੇ ਤੇ ਲਾਉਂਦੇ ਸੀ। ਕਿੰਨਾ ਦੱਬ ਨੂੰ ਸਤਿਕਾਰ ਮਿਲਿਆ। ਉਹ ਕਿੱਥੋਂ ਚੱਲੀ ਹੈ ਤੇ ਕਿੱਥੇ ਪਹੁੰਚੀ ਹੈ, ਪਰਮਾਤਮਾ ਦੇ ਘਰ ਪਹੁੰਚੀ ਹੈ। ਬਾਬਾ ਫਰੀਦ ਜੀ ਕਹਿੰਦੇ ਆ, ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜ ਹੈ ਸਭ, ਇੱਕ ਛਿਜਹਿ ਬਿਆ ਲਤਾੜੀਐ, ਤਾਂ ਸਾਈਂ ਦੇ ਦਰ, ਤਾਂ ਸਾਈਂ ਦੇ ਦਰ ਵਾੜੀਏ। ਮੇਰੇ ਕਹਿਣ ਤੋਂ ਭਾਵ ਨਿਮਰਤਾ। ਜੇ ਨਿਮਰਤਾ ਦਾ ਹੋਰ ਸਮਾਂ ਨਹੀਂ ਹੈਗਾ, ਮੈਂ ਹੋਰ ਅੱਗੇ ਚੱਲਾਂ। 2 ਪੌੜੀਆਂ ਤੁਸੀਂ ਪੜ੍ਹ ਕੇ ਦੇਖੋ ਗੁਰੂ ਨਾਨਕ ਦੇਵ ਜੀ। ਅਸੰਖ ਜਪ, असंख पाओ, असंख पूजा, असंख तप ताओ, असंख ग्रंथ मुख वेद पाठ, असंख जोग मन रहे उदास। ते इहदी आखिरी पंक्ति की हैगी है, जो तुद भावे। बस इहदे पंक्ति दे हेठां, इस पौड़ी दे हेठां नानक नहीं है। देखो निमरता गुरु नानक देव जी दी। अगली पौड़ी पढ़ो, असंख चोर हराम खोर, संग गालड़ हत्या कमाए। ਉਹਦੀ आखिरी पंक्ति ਵਿੱਚ आ ਰਿਹਾ, नानक नीच कहे विचार। ਪੁੱਛਿਆ ਮਹਾਰਾਜ ਨੂੰ, ਪਹਿਲੀ ਪੌੜੀ ਵਿੱਚ ਕਿਉਂ ਨਹੀਂ ਨਾਨਕ? ਕਹਿੰਦੇ ਨਹੀਂ, ਮੇਰੇ ਵਰਗਾ ਹਰਾਮ ਖੋਰ ਕਹਿੰਦੇ ਕੋਈ ਹੋਰ ਨਹੀਂ। ਗੁਰੂ ਨਾਨਕ ਦੇਵ ਜੀ ਨੇ ਸ੍ਰੀ ਰਾਗ ਵਿੱਚ ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਮਹਾਰਾਜ ਆਪਣੇ ਆਪ ਨੂੰ ਹਰਾਮ ਖੋਰ। ਮੈਂ ਕਹਿਣ ਤੋਂ ਭਾਵ ਨਿਮਰਤਾ ਦੀ ਗੱਲ, ਮਹਾਰਾਜ ਦੀ ਨਿਮਰਤਾ ਦੇਖੋ। ਮਹਾਰਾਜ ਕਹਿੰਦੇ, ਬਾਬਾ ਫਰੀਦ ਜੀ ਕਹਿੰਦੇ, ਥੀਓ ਪਵਾਹੀ ਦੱਬ, ਜੇ ਸਾਈਂ ਲੋੜੇ ਸਭ, ਇੱਕ ਛਿਜਹਿ ਬਿਆ ਲਤਾੜੀਐ, ਤਾਂ ਸਾਈਂ ਦੇ ਦਰ ਵਾੜੀਐ। ਸਿੱਖਾ ਜੇ ਤੂੰ ਸਾਈਂ ਦੇ ਘਰ ਪ੍ਰਵਾਨ ਹੋਣਾ ਨਾ, ਤੇ ਦੱਬ ਵਰਗਾ ਬਣ ਜਾ। ਕਿਉਂਕਿ ਦੱਬ ਹੀ ਜਿਹੜੀ ਹੈ ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਉਹਨੂੰ ਪ੍ਰਮਾਣਤਾ। ਉੱਥੋਂ ਫਿਰ 1994 ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਪੰਜਾਬ ਦੀ ਧਰਤੀ ਤੇ ਆਉਂਦੇ ਆ। ਪੰਜਾਬ ਦੀ ਧਰਤੀ ਤੇ ਆਉਂਦੇ ਆ ਤੇ ਪੰਜਾਬ ਦਾ ਜਿਹੜਾ ਜ਼ੁਲਮ ਹੈ, ਉਸ ਜ਼ੁਲਮ ਦੇ ਵਿੱਚੋਂ ਇਹਨਾਂ ਅਣਖੀ ਯੋਧਿਆਂ ਦਾ ਜਿਹੜਾ ਖੂਨ ਖੋਲਿਆ। ਜਦੋਂ ਇਹਨਾਂ ਦਾ ਖੂਨ ਖੋਲਿਆ ਤੇ ਉਹਨਾਂ ਨੇ ਇਹਨਾਂ ਅਣਖੀ ਯੋਧਿਆਂ ਨੂੰ ਸਿਰ ਜੋੜਨ ਵਾਸਤੇ ਮਜਬੂਰ ਕਰ ਦਿੱਤਾ। ਸਿਰ ਜੋੜਨ ਵਾਸਤੇ ਮਜਬੂਰ ਕਰ ਦਿੱਤਾ। ਉਹਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਵਾਣਾ, ਭਾਈ ਜਗਤਾਰ ਸਿੰਘ ਤਾਰਾ, ਇਹ ਸਾਰੇ
ਭਾਈ ਲਖਵਿੰਦਰ ਸਿੰਘ ਲੱਖਾ ਤੇ ਭਾਈ ਦਿਲਾਵਰ ਸਿੰਘ ਸ਼ਹੀਦ ਜਿਨ੍ਹਾਂ ਦੀ ਆਪਾਂ ਗੱਲ ਕਰਨੀ, ਇਹਨਾਂ ਨੇ ਫਿਰ ਪਟਿਆਲੇ ਦੀ ਧਰਤੀ ਦੇ ਆਪਣਾ ਸਿਰ ਜੋੜਿਆ। ਸਿਰ ਜੋੜ ਕੇ ਇਹਨਾਂ ਨੇ ਆਪਸ ਵਿੱਚ ਇਹਨਾਂ ਨੇ ਮਤਾ ਪਕਾਇਆ ਕਿ ਇਹ ਇਦਾਂ ਨਹੀਂ ਗੱਲ ਬਾਨੀ, ਇਸ ਦਰਖਤ ਨੂੰ, ਇਸ ਧਰਤੀ ਤੋਂ ਜਿਹੜੀ ਤਾਕਤ ਮਿਲਦੀ ਹੈ, ਇਹਦੀਆਂ ਜੜ੍ਹਾਂ ਨੂੰ ਪੱਟ ਕੇ ਇਹਨੂੰ ਵੱਖਰਾ ਜਿਹੜਾ ਉਹ ਕਰ ਦਿੱਤਾ ਜਾਵੇ, ਤਾਂ ਜੋ ਇਹ ਸੁੱਕ ਜਾਵੇ, ਇਹ ਸੜ ਜਾਵੇ, ਇਹ ਗਲ ਜਾਵੇ। ਉੱਥੇ ਫਿਰ ਇਹਨਾਂ ਨੇ ਆਪਣਾ ਮਤਾ ਪਕਾਇਆ। ਤੇ ਜਦੋਂ ਮਤਾ ਪਕਾਇਆ, ਹੁਣ ਗੱਲ ਸੀਗੀ ਕਿ ਜਿਹੜਾ ਮਨੁੱਖੀ ਬੰਬ ਹੈ ਉਹ ਕੌਣ ਬਣੇਗਾ। ਮਨੁੱਖੀ ਬੰਬ ਬਣਨ ਤੋਂ ਪਹਿਲਾਂ ਭਾਈ ਲਖਵਿੰਦਰ ਸਿੰਘ ਲੱਖਾ ਜਿਹੜੇ CID ਵਿੱਚ ਸੀ, ਉਹਨਾਂ ਦੀ ਡਿਊਟੀ ਲਗਾਈ ਗਈ ਕਿ ਤੁਸੀਂ ਬੇਅੰਤੇ ਦੀ ਪੂਰੀ ਰੈਕੀ ਕਰਨੀ ਹੈ, ਪੂਰੀ ਉਹਦੀ ਜਾਸੂਸੀ ਕਰਨੀ ਹੈ। ਉਹ ਕਿੰਨੇ ਵਜੇ ਉੱਠਦਾ, ਕਿੰਨੇ ਵਜੇ ਦਫ਼ਤਰ ਜਾਂਦਾ, ਕਿੰਨੇ ਵਜੇ ਦਫ਼ਤਰ ਚੋਂ ਨਿਕਲਦਾ, ਕਿਉਂਕਿ CID ਵਾਲਿਆਂ ਦੇ ਕੋਲ ਸਾਰਾ ਰਿਕਾਰਡ ਹੁੰਦਾ। ਉਹਨਾਂ ਨੇ ਸਾਰੀ CID ਕੀਤੀ। ਇਹ CID ਤੋਂ ਜਦੋਂ ਪਤਾ ਲੱਗਾ ਵੀ ਇੰਨੇ ਵਜੇ ਜਿਹੜਾ ਚੰਡੀਗੜ੍ਹ ਸਕੱਤਰੇਤ ਪਹੁੰਚਦਾ, ਇੰਨੇ ਘੰਟੇ ਬਹਿੰਦਾ, ਉੱਥੋਂ ਬਹਿ ਕੇ ਵਾਪਸ ਆਉਂਦਾ, ਫਿਰ ਇਹਨਾਂ ਨੇ ਦਿੱਲੀ ਦੀ ਧਰਤੀ ਤੋਂ DBA 9598 ਨੰਬਰ ਇਹਨਾਂ ਨੇ ਜਿਹੜੀ ਕਾਰ ਖਰੀਦੀ ਹੈ, ਜਿਹੜੀ ਐਂਬੈਸਡਰ ਕਾਰ, ਉਸ ਐਂਬੈਸਡਰ ਨੂੰ ਰੰਗ ਕਰਾ ਕੇ ਇਸ ਤਰ੍ਹਾਂ 32,000 ਦੀ ਖਰੀਦੀ ਉਸ ਸਮੇਂ, ਉਹਨੂੰ ਰੰਗ ਕਰਾ ਕੇ ਇਦਾਂ ਦੀ ਬਣਾਈ ਕਿ ਇਹ VIP ਲੱਗੇ, ਬਿਲਕੁਲ ਇੱਥੇ ਕਿਸੇ ਵੀ ਕਿਸਮ ਦਾ ਕੋਈ ਡੈਂਟ ਕਿਸੇ ਕਿਸਮ ਦਾ ਨਾ ਹੋਵੇ, ਚਮਕਾ ਦਿੱਤੀ ਉਹਨੂੰ। ਇਹ ਲਖਵਿੰਦਰ ਸਿੰਘ ਲੱਖਾ ਦੀ ਸਾਰੀ ਜ਼ਿੰਮੇਵਾਰੀ ਸੀਗੀ ਵੀ ਉਸ ਕਾਰ ਨੂੰ ਚਮਕਾਉਣਾ, ਉਹਨੂੰ ਡੈਂਟਰ ਕੋਲ ਲੈ ਕੇ ਆਉਣਾ, ਉਹਨੂੰ ਨਵੀਂ ਬਣਾਉਣੀ। ਉਹ ਕਾਰ ਵੀ ਆ ਗਈ, ਸਭ ਕੁਝ ਆ ਗਿਆ। ਉਸ ਤੋਂ ਬਾਅਦ ਜਿਹੜੇ BPL ਦੇ ਵਿੱਚ ਲੱਗੇ ਹੋਏ ਸੀ ਇੰਜੀਨੀਅਰ, ਉਹ ਭਾਈ ਸਾਹਿਬ ਨੇ ਜਿਹੜਾ ਸੀ ਪੂਰਾ RDX ਦਾ ਇੰਤਜ਼ਾਮ ਕੀਤਾ, ਬੰਬ ਬਣਾਇਆ ਗਿਆ, ਰਿਮੋਟ ਬਣਾਇਆ ਗਿਆ। ਹੁਣ ਗੱਲ ਆ ਗਈ ਕਿ ਅੱਗੇ ਕੌਣ ਲੱਗੇਗਾ। ਜਦੋਂ ਇਹ ਗੱਲ ਆਈ ਨਾ, ਤੇ ਬਲਵੰਤ ਸਿੰਘ ਰਾਜੋਵਾਣਾ ਕਹਿੰਦਾ ਇਹ ਕਾਰਜ ਮੇਰੇ ਜ਼ਿੰਮੇ ਲਾਇਆ ਜਾਵੇ, ਤੇ ਦਿਲਾਵਰ ਸਿੰਘ ਕਹਿੰਦਾ ਇਹ ਕਾਰਜ ਮੇਰੇ ਜ਼ਿੰਮੇ ਲਾਇਆ ਜਾਵੇ। ਦੋਨਾਂ ਦੀ ਆਪਸ ਵਿੱਚ ਬਹਿਸ ਹੋਈ। ਤੇ ਮੈਂ ਜਦੋਂ ਇਸ ਗੱਲ ਨੂੰ ਪੜ੍ਹ ਰਿਹਾ ਸੀ ਨਾ, ਮੈਂ ਕਿਹਾ ਇਹ ਵੀ ਸਾਨੂੰ ਵਿਰਸੇ ਵਿੱਚੋਂ ਮਿਲਿਆ। ਮੌਤ ਲਈ ਅੱਗੇ ਜਾਣਾ ਇਹ ਸਾਨੂੰ ਵਿਰਸੇ ਵਿੱਚੋਂ ਮਿਲਿਆ। ਗੁਰੂ ਗੋਬਿੰਦ ਜੀ 5-7 ਮਿੰਟ ਉੱਪਰ ਹੋ ਜਾਣ ਤੇ ਬਖਸ਼ ਲਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਡੱਲੇ ਦੇ ਕੋਲ ਹੈ, ਤੇ ਭਾਈ ਡੱਲੇ ਨੇ ਆ ਕੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਗੱਪ ਮਾਰੀ, ਕਹਿੰਦੇ ਮਹਾਰਾਜ ਇੰਨੀਆਂ ਤੁਸੀਂ ਸ਼ਹੀਦੀਆਂ ਕਰਾ ਦਿੱਤੀਆਂ, ਮੇਰੇ ਕੋ ਇੰਨੀ ਫੌਜ, ਮੇਰੇ ਕੋ ਇੰਨੇ ਘੋੜੇ, ਤੁਸੀਂ ਮੇਰੇ ਨਾਲ ਗੱਲ ਤੇ ਕਰਦੇ। ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਡੱਲਿਆ, ਮਹਾਰਾਜ ਸੁਣ ਰਹੇ ਸਾਰੀ ਗੱਲ, ਪਤਾ ਮਹਾਰਾਜ ਨੂੰ ਘਟ ਕੇ ਅੰਤਰ ਕੀ ਜਾਣਦੇ ਆ ਮਹਾਰਾਜ। ਮਹਾਰਾਜ ਨੇ ਕਿਹਾ ਡੱਲਿਆ ਚਲੋ ਕੋਈ ਗੱਲ ਨਹੀਂ, ਜੋ ਹੁਣੇ ਹੀ ਮਹਾਰਾਜ ਤੁਸੀਂ ਇੱਕ ਵਾਰ ਤਾਂ ਗੱਲ ਕਰਦੇ ਮੇਰੇ ਨਾਲ, ਮੇਰੇ ਇੰਨੇ ਸਿਪਾਹੀ ਉਹ ਜਾਣ ਦੇ ਦਿੰਦੇ। ਮਹਾਰਾਜ ਕਹਿੰਦੇ ਕੱਲ ਸ਼ਾਮੀ ਨਾ ਮੈਨੂੰ ਕੋਈ ਬੰਦੂਕ ਦੇ ਗਿਆ, ਮੈਨੂੰ ਕੋਈ ਬੰਦੂਕ ਦੇ ਗਿਆ ਨਵੀਂ, ਤੇ ਚੱਲ ਫੇ ਕਹਿੰਦੇ ਜੇ ਆਹ ਗੱਲ ਹੈ ਤੇ ਮੈਂ ਬੰਦੂਕ ਕਹਿੰਦੇ ਪਰਖਣੀ ਹੈ, ਤੇ ਤੂੰ ਆਪਣੇ 2 ਕਹਿੰਦੇ ਸਿਪਾਹੀ ਲੈ ਕੇ ਆ, ਦੇਖੀਏ ਬੰਦੂਕ ਪਰਖ ਕੇ ਦੇਖੀਏ। ਡੱਲਾ ਗਿਆ, ਆਪਣੇ ਸਿਪਾਹੀਆਂ ਨੂੰ ਕਿਹਾ, ਕਹਿੰਦੇ ਗੁਰੂ ਸਾਹਿਬ ਨੇ ਬੰਦੂਕ ਪਰਖਣੀ ਆ, ਛੇਤੀ ਆਓ। ਕਹਿੰਦੇ ਹੁਣ ਦੇਖੋ ਇੱਥੇ ਡੱਲੇ ਨੇ ਆਪਣੇ ਆਪ ਨੂੰ ਅੱਗੇ ਨਹੀਂ ਕੀਤਾ, ਬੜੇ ਧਿਆਨ ਨਾਲ ਸੁਣਿਓ। ਚਲੋ ਖੈਰ, ਉਹਨਾਂ ਸਿਪਾਹੀਆਂ ਨੇ ਡੱਲੇ ਨੂੰ ਕਿਹਾ ਡੱਲਿਆ ਤੇਰਾ ਦਿਮਾਗ ਖਰਾਬ, ਤੇਰਾ ਅਨ ਕਾਰਨ ਵਾਸਤੇ ਵਿਦਾਊਟ ਐਨੀ ਰੀਜ਼ਨ ਅਸੀਂ ਕਿਉਂ ਸ਼ਹਾਦਤ ਦਈਏ, ਕਿਉਂ ਅੱਗੇ ਹੋਈਏ ਬਈ, ਅਨ ਕਾਰਨ ਵਾਸਤੇ ਕਿਉਂ ਮਰੀਏ। ਤੇ ਡੱਲਾ ਵਿਚਾਰਾ ਮੂੰਹ ਲਟਕਾ ਕੇ ਥੱਲੇ ਆ ਗਿਆ। ਹੁਣ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਡੱਲਿਆ ਆ ਮੇਰਾ ਸਿੰਘ ਜਾ ਰਿਹਾ ਤੇਰੇ ਨਾਲ। ਤੇ ਸਿੰਘ ਨੂੰ ਕਿਹਾ ਜਾ ਜਿਹੜੇ ਸਿੰਘਾਂ ਦੇ ਤੰਬੂ ਹੈ ਉੱਥੇ ਜਾ ਕੇ ਆਵਾਜ਼ ਦੇ। ਉੱਥੇ 2 ਪਿਓ ਤੇ ਪੁੱਤਰ ਜਿਹੜੇ ਸੀ ਨਾ ਦਸਤਾਰ ਸਜਾ ਰਹੇ ਸੀ, ਇੱਕ ਆਟਾ ਗੁੰਨ ਰਿਹਾ ਸੀਗਾ, ਤੇ ਉਹਨਾਂ ਦੇ ਜਦੋਂ ਕੰਨਾਂ ਵਿੱਚ ਆਵਾਜ਼ ਪਈ ਨਾ, ਉਹ ਦੋਨੋਂ ਦੌੜਦੇ ਹੋਏ ਆਏ। ਤੇ ਮਹਾਰਾਜ ਕਹਿੰਦੇ ਤੁਹਾਨੂੰ ਕੀ ਹੋ ਗਿਆ? ਕਹਿੰਦੇ ਮਹਾਰਾਜ ਪਹਿਲਾਂ ਮੇਰੇ ਕੰਨਾਂ ਵਿੱਚ ਆਵਾਜ਼ ਪਈ ਹੈ, ਬੰਦੂਕ ਪਹਿਲਾਂ ਮੇਰੇ ਤੇ ਪਰਖੀ ਜਾਵੇ। ਇੱਕ ਇਹ ਘਟਨਾ। ਦੂਸਰੀ ਘਟਨਾ, ਤੁਸੀਂ ਅਕਾਲੀ ਫੂਲਾ ਸਿੰਘ ਦਾ 2ਜੀ ਸ਼ਤਾਬਦੀ ਬਣਾ ਕੇ ਗਏ ਹੋ, ਤੇ ਜਦੋਂ ਅਕਾਲੀ ਫੂਲਾ ਸਿੰਘ ਜੀ ਤੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਸਾਰੇ ਜਦੋਂ ਇਹ ਜੰਗ ਦੇ ਵਿੱਚ ਜਾ ਰਹੇ ਸੀ, ਇੱਕ ਜੰਗ ਜਿੱਤਣ ਵਾਸਤੇ, ਸ਼ਾਇਦ ਮੁਲਤਾਨ ਦੀ ਜੰਗ ਹੈ, ਜੇ ਮੈਂ ਵਿਸਰਾਂ ਨਾ ਬਖਸ਼ ਲਿਓ ਜੇ ਮੈਂ ਵਿਸਰ ਗਿਆ। ਤੇ ਉੱਥੇ ਕੀ ਹੋਇਆ, ਅਹਿਮਦ ਸ਼ਾਹ ਅਬਦਾਲੀ ਨੇ ਆਪਣੇ 6ਵੇਂ ਹਮਲੇ ਦੇ ਵਿੱਚ ਇੱਕ ਤੋਪ ਬਣਾਈ ਸੀਗੀ। ਉਹ ਤੋਪ ਇਹ ਬਣਾਈ ਸੀਗੀ ਵੀ ਸਿੱਖਾਂ ਦਾ ਬੀਜ ਨਾਸ਼ ਖਤਮ ਕਰਨ ਵਾਸਤੇ 1762 ਤੋਂ ਪਹਿਲਾਂ, ਕਿਉਂਕਿ 1761 ਦੇ ਵਿੱਚ ਜਿਹੜਾ ਇਹਨਾਂ ਦਾ ਜਨਮ ਹੋਇਆ ਸੀਗਾ ਅਕਾਲੀ ਫੂਲਾ ਸਿੰਘ ਜੀ ਦਾ, 1761 ਵਿੱਚ ਉਹਨੇ ਬਣਾਈ ਹੈ ਜਿਹੜੀ ਤੋਪ ਬਣਾਈ ਹੈ। ਉਸ ਤੋਪ ਨੂੰ ਭੰਗੀ ਮਿਸਲ ਨੇ ਪਹਿਲੇ ਹੱਲੇ ਵਿੱਚ ਹੀ ਖੋ ਕੇ ਜਿਹੜਾ ਸੀਗਾ ਅੰਮ੍ਰਿਤਸਰ ਦੀ ਧਰਤੀ ਤੇ ਲਿਆਂਦਾ। ਹੁਣ ਜਦੋਂ ਮੁਲਤਾਨ ਦੀ ਜੰਗ ਹੋ ਰਹੀ ਹੈ, ਤੇ ਜਦੋਂ ਮੁਲਤਾਨ ਦੀ ਜੰਗ ਹੋ ਰਹੀ ਹੈ ਤੇ ਉਹ ਜਿਹੜੀ
भंगी मिसल ने तोप खोई सीगी, उन्होंने लगे वरतन, रब की ऐसी करनी हुई, वो तोप का जिहड़ा खब्बा पहिया टुट गया, वो तोप का खब्बा पहिया टुट गया तो तोप एक पासे नूं उलर गई। हुण जिहड़ा निशाना तोप लांदी पई सीगी वो नहीं सी लगना। फिर जिहड़ा तोप च सीगा उहनूं पुछया गया कि ये हुण की होऊगा, कहंदा हुण कहंदा जे मिस्त्री लैके आईए तो 2-3 दिन का काम है, कित्थों लैके आवांगे, किद्दां पहिया रिपेयर करूगा। कहंदे फिर कहंदे गल ये है, इस तोप नूं एक पासिओं चक के कोई मोढा अपना दवे। कहते परंतु एक गल है, जेड़ा मोढा देवेगा जदों तोप चलेगी, तोप जदों वापस मुड़ के आवेगी, रिकॉयल करेगी, रिवॉल्वर चलानी रिकॉयल कर दी है ना, जदों रिकॉयल करेगी वापस आवेगी तो वो जड़ा जिहदा मोढा वो फीती फीती होके उड़ जाएगा। लो जी सिंह लड़ पे उत्थे ते उन्हां दा जथेदार आया, कहंदा तुहानूं की होया? कहंदा जी मैं पहला जाना। वो कहंदे तुहाडा जथेदार कौन है? कहंदा जथेदार मैं। कहंदा फिर हो जाओ सारे पिछे, पहला मैं जावांगा। कहंदा अज कौम नूं ऐसे जथेदारां दी लोड़ है, अज कौम नूं ऐसे जथेदारां दी लोड़ है। पिछले समय तो ऐसा जथेदार सानू नहीं मिलिया। एक कौम दी त्रासदी है। एक बारी मैं ना एक मुसलमान फकीर सीगा, राजा सीगा, उसको हो गया कतल, तो वो काजी की गल सुनाई अपने आस्ट्रेलिया की धरती ते 2019 में, जेड़े हुण उधरले पासे वाले सीगे, वो कहंदे तू साडे ते गल लाती अकालियां वाले। मैं कहना हुन्ना देखो कमियां सारियां विच है, लेकिन साडा फर्ज है प्रचारकां दा कि उन्हां दे अंदर जिहड़ियां डिस्क्रिपेंसीज हैगियां ना, असीं उन्हां नूं उन्हां दे सामने लिआईए। वो जथेदार कहंदा तुसीं क्यों लड़दे पए हो? कहंदे पहला मोढा मैं देना। कहंदा हो जो पिछे, तुहाडा सारियां दा जथेदार कौन? अकाली फूला सिंह नहीं, जिहड़ा उन्हां दा जथेदार सीगा, जिहड़ा उस फौज का जिहड़ा मोढी सीगा। कहंदा तुहाडा जथेदार कौन है? कहंदा तुसीं हो। कहंदा मेरा हुक्म है सारे पिछे हो जाओ, पहला मोढा मैं देवांगा। वो जथेदार ने मोढा दिता, उस तो बाद 13 सिंघां ने मोढा दिता, ते जिहड़ा सीगी 13 सिंघां फीता फीता होके उड़ गए। लेकिन बाबा अकूला भाई अकाली फूला सिंह जी ने वो जिहड़ी जंग सी ना, वो जंग उन्होंने सर कर ली। मेरे कहण तो भाव कि ये जिहड़ा पहला मरण कबूल, जीवन की छड़ आस, हो सबना की रेणुका, तो आओ हमारे पास, ये जिहड़ा सानू विरासत विच मिलिया होया। ते उत्थे भाई बलवंत सिंह राजोआना ते शहीद दिलावर सिंह कहंदे फिर इदां दी गल बानी, कहंदे पर्चियां पा लो। चलो पर्चियां की भी गल साडे इतिहास विच है, शायद तुहानूं पता होवे जदों बाबा बंदा सिंह बहादुर की शहादत हुई है, उस तो बाद अमृतसर की धरती ते तत खालसा ते बंदई खालसा का फैसला पर्चियां पा के कीता गया। ये भी साडा हैगा। ते मैं कहना जे तुहाडा भी किते झगड़ा हुंदा ना, ते बह के कमरे च बह के पर्चियां पा लिया करो, फिर रब ते विश्वास भी हो जाऊगा जी। एवं ना सही गल माफ करना, ये साडा, ये सानू विरासत विच मिलिया होया। ये सानू विरासत, जो कोई इदां दी गल हुंदी है किते ते पर्चियां पा के अपना फैसला कर लिया करो, क्योंकि फिर पर्चियां दे विच वो वरत रिहा, फिर ये क्या करो बंदा नहीं वरत रिहा। ठीक है जी। चलो उन्होंने फिर पर्चियां पाइयां ते पर्चियां शहीद दिलावर सिंह दियां पर्ची निकली। जदों दिलावर की पर्ची निकली तो दिलावर के उपर ते महाराज उहदा ते रंग इदां लाल हो गया, जिन्हों बाणी कहंदी आ लाल रंग तिसको लगा, जिसके वडभागा मैला कदे ना होवी नहलागे दागा। ओदे अंदर एक जोश, ओदे अंदर एक जज्बा पैदा हो गया, जिन्हों बाबा कबीर जी कहते हैं, कबीर मोह मरने का चौ है, मरू तो हर के द्वार, मत हर पूछे कौन है, परा हमारे बार। ओदे अंदर जज्बा पैदा हो गया। कबीर ऐसी होए परी, मन को पावत कीन, मरने ते क्या डरपना, मरने ते क्या डरपना। जब हाथ सिधौरा, जो हाथ में सारा कुछ फड़ लिया, प्लेट फड़ ली, नारियल फड़ लिया, संदूर फड़ लिया, फुल फड़ लिया, पुरातन सीगा ये, हुण मैं उन्होंने एक्सप्लेन नहीं करना। मरने ते क्या डरपना, जब हाथ सिधौरा लीन, ते कह रहा डगमग छाड़ रे मन बोरा रे, अब तो जरे मरे सिद्ध पाइए, लीनो हाथ सिधौरा। ते वो समा फिर अपनी चाल ना चलता गया। वो समा आ गया जी 31 अगस्त 1995। एक ते परमात्मा साडे सवास लिखदा, बड़े ध्यान नाल सुणो, अगले कहन लगा, एक सवास फिर उस गुरमुखां दे वल्लों रब्बी रूहां दे वल्लों लिखे जाते हैं। कई बार परमात्मा दे लिखे सवास उस रब्बी रूहां दा जिहड़ा
आपस ਵਿੱਚ मेल हो जाता, क्योंकि उन्हें परमात्मा ने पहला ही बेनती कर गया कि इन्हां दे कोलों वो सेवा जिहड़ी आ वो लैनी सीगी। ते उस समय जदों ये सकत्रियत आए है, 1 घंटा लेट आए है, मैं संपता वाल आवां ते तकरीबन शाम का समा 4:30 पौने 5 का कोई विद्वान इदा लिख देखा चलो, तो इन्हां दी कार जिहड़ी अंबैसडर है वो भी अंदर है, तो बेअंता जिहड़ा हैगा वो अपनी देखो हुण एक जैड सिक्योरिटी है, एक NSG नैशनल सिक्योरिटी गार्ड के उच्चे लम्मे जवान जिहड़े सेंटर गवर्नमेंट ने इन्हूं दिते हुए है, तीसरी CRP ते चौथी पंजाब पुलिस है। तो गुरु ग्रंथ साहब का बचन है, तू लख अपने द्वारे कहते दीवारां कढ लै, बंदा नहीं जा सकता पर एक कीड़ी अंदरों की सप एक निका जिहा अंदरों की लंघ के ते वो तैनूं डंग मार के कहते आ सकता। यह अपना श्लोक सहस्त्री गुरु अर्जन देव जी महाराज का श्लोक है कि तू जो मर्जी कर लै कहते। खैर मैं जी बेनती कर रहा सीगा ते वो जदों आया अपनी कार वाल वध रहा, जदों कार वाल वध रहा उत्थे शहीद दिलावर सिंह भाई साहब जी अपनी कार चों निकले है। कार दे नाल उन्हां दे नाल है भाई बलवंत सिंह राजोवाना ते जगतार सिंह तारा, जो लिखिया ये 3 जने अंदर गए है। ये भाई बलवंत सिंह जी पिछे है ते भाई जिहड़े शहीद भाई दिलावर सिंह जी है ये अपनी कार चों निकलिया। इस तरीके नाल निकलिया कि मैं उन्होंने मत्था टेकना, अपने उस्ताद नूं कह लो या जो मर्जी कह लो, इस तरीके नाल वो जिहड़ी पुलिस फोर्स है उन्होंने चीर रहे है। जदों चीरते हुए इन्नी देर नूं जिहड़ा बेअंता हैगा वो अपनी कार विच बैठ जाता, जदों कार विच बैठदा उहदे नज़दीक जाके अपने ही हत्थ विच फड़िया रिमोट, अपने शरीर नूं लाया होया बरूद वो आप ही चला दिंदे है। जिथे आप शहादत दा जाम पी जाते हैं उत्थे उस बेअंते बुचड़ नूं नरकां दे घर दे विच उहनूं पहुंचा दिंदे है। सो साध संगत जी, ऐसे जिहड़े शहीद है ना, इन्हां दियां मावां दे वास्ते एक बड़ा प्यारा बचन है, धन जनेंदी माओ आए सफल से। ओदी माँ भी सफल है, ओदा बाप भी सफल है, ते आप ते ओदा जीवन सफल है ही है। मेरी एक हथ जोड़ के बेनती है, मेरी अपनी कौम है तुसी, मैं तुहाडी कौम का एक छोटा जिहा बच्चा हैगा, मेरे तो बजुर्ग बड़े बड़े अच्छे अच्छे रब्बी रूहां अंदर बैठियां हुई। मेरी बेनती है, होए 71 मिलो मेरे भाई। आ जिहड़े कौम दे विच वंडियां पईयां ना, मैं बेनती करा विदेशों वालियां नूं, ये तुसी ही अगे लगो, तुसी अगे लगो, तुसी ये काम कर सकते हो। ते आप अपने एक इंटरनैशनल लैवल ते तुसी बाहर विदेशों के विच एक संस्था बनाओ, वो संस्था पंजाब की धरती ते जावे ते जाके जिहड़े उत्थे दे साडे जथेदार उन्हां नूं विच लैके ते जिहड़े विद्वान जां जो भी कौम च वंडियां ना, इहदा हल तुसी कराओ। मेरी हाथ जोड़ के बेनती है, क्योंकि गुरु ग्रंथ साहब जी महाराज कहते होए 71 मिलो मेरे भाई, दुविधा दूर करो लिव लाए। महाराज कहते हैं 71 होके बैठीए ते जिहड़ियां साडियां कौम दीयां शंकावां किहड़ियां दुविधावां हैगियां। हाँ, एक मैं बेनती करनी जरूर चाहांगा, आ एक फिल्म आई है नवीं मस्तानी, मैं उहदा प्रमोटर नहीं हैगा पर बेनती करांगा, समथिंग इज़ बैटर दैन नथिंग। उस बहुत कुछ जानी कि जिहड़ा है वो बड़ा वधिया तरीके दे नाल पेश किया गया हैगा। सो जेकर तुहानूं किते मौका मिलदा तो गुरुद्वारा साहब दे विच जदों किते दिखाई जाए संगत नूं, जां आप ही जिहड़े नौजवान वीर है वो जरूर देखण। सो इन्नियां को बेनतियां प्रवान करनियां, होईयां भुल्लां चुकां खिमा करनियां। आनंद साहब पढ़ना मैं, होईयां भुल्लां चुकां खिमा करनियां। वाहिगुरू जी का खालसा। एक आखिरी बचन, शहीद की जो मौत है वो कौम की हयात है। हयात तो हयात है, वो मौत भी हयात है, और मौत भी कौम दे लई जिंदगी बन जाती। जब जुलदा खून शहीदां दा तकदीर बदलदी कौमां दी। बीबियां नूं कहना चाहांगा, ये जिहड़े छोटे छोटे बच्चे है ना, ये साडी कौम दे बच्चे है। आने वाले समय दे विच इन्हां ते कौम दा भार पैना, इसलिए बच्चे ना बनाओ, इन्हां नूं शख्सियत पैदा करो, शख्सियत पैदा करो। इन्हां नूं जिहड़ियां शख्सियतां साडे कोल, उन्हां तो इन्हां नूं विरसा जिहड़ा इन्हां नूं सिखाओ। इन्नियां को बेनतियां प्रवान होईयां, भुल्लां चुकां खिमा करनियां।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ। ਭਾਈ ਸਾਹਿਬ ਭਾਈ ਬਲਕਾਰ ਸਿੰਘ ਤੇ ਨਾਲ ਉਹਨਾਂ ਦੀ ਸਮੂਹ ਟੀਮ, ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਦੀ। ਤੇ ਮੈਂ ਪਿਛਲੇ ਸਾਲ ਵੀ ਗੱਲ ਕਰ ਗਿਆ ਸੀਗਾ, ਬਹੁਤ ਵਧੀਆ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਮਿਲੇ ਹੈ, ਬਹੁਤ ਮਿਲਾਪੜੇ ਸੁਭਾਅ ਦੇ ਹੈ ਔਰ ਬਹੁਤ ਇਹਨਾਂ ਨੇ 5-7 ਦਿਨ ਤੋਂ ਦਾਸ ਦੀ ਜਿਹੜੀ ਸੇਵਾ ਜਿਹੜੀ ਹੈ ਉਹ ਕੀਤੀ ਹੈ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।